ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਤੁਧ ਆਗੈ ਅਰਦਾਸ ਹਮਾਰੀ, ਜੀਉ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ। ਕੋਈ ਨਾਉ ਨਾ ਜਾਣੈ ਮੇਰਾ, ਮੈਂ ਮੂਰਖ ਕੀ ਕੇਤੁਕ ਬਾਤ ਹੈ। ਕੋਟ ਪਰਾਧੀ ਤਰਿਆ ਰੇ, ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਭਰਿਆ ਰੇ। ਸੱਜਣ ਸੱਚਾ ਪਾਤਸ਼ਾਹੋ, ਸਿਰ ਸਾਹੰਦੈ ਸਾਹੋ, ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾਹੋ, ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੇਲੰਗ ਮਹੱਲਾ ਪਹਿਲਾ। ਏ ਆਨੜੀਏ ਮਾਨੜਾ ਕਾਇ ਕਰੇ, ਆਪਨੜਾ ਕਰ ਹਰ, ਰੰਗੋ ਕੀ ਨਾ ਮਾਣੇ। ਏ ਆਨੜੀਏ ਮਾਨੜਾ ਕਾਇ ਕਰੇ, ਆਪਨੜਾ ਘਰ ਹਰ, ਰੰਗੋ ਕੀ ਨਾ ਮਾਣੇ। ਸੋਹ ਨੇੜਾ ਧਨ ਕਮਲੀਏ, ਬਾਹਰ ਕਿਆ ਢੂੰਢੇ। ਪੈ ਕੀਆ ਦੇਹ ਸਲਾਈਆ ਨੈਣੀ, ਭਾਵ ਕਾ ਕਰ ਸਿਗਾਰੂ। ਤਾ ਸੁਹਾਗਣ ਜਾਣੀਐ ਲਾਗੀ, ਜਾ ਸਹੋ ਧਰੇ ਪਿਆਰੂ।
ਭੈ ਕੀਆ ਦੇਹ ਸਲਾਈਆ ਨੈਣੀ। ਭਾਵ ਕਾ ਕਰ ਸਿਗਾਰੂ ਤਾ ਸੁਹਾਗਣ ਜਾਣੀਐ ਲਾਗੀ। ਜਾ ਸਹੋ ਧਰੇ ਪਿਆਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਵਰ ਛਤਰ ਤਖਤ ਸਿੰਘਾਸਨਾਂ ਦੇ ਮਾਲਕ ਸਤਿਗੁਰੂ ਜੀ, ਦੀਨ ਦੁਨੀਆ ਦੇ ਵਾਲੀ, ਲੋਕ ਔਰ ਪ੍ਰਲੋਕ ਦੀਆਂ ਬਖਸ਼ਿਸ਼ਾਂ ਦੇ ਦਾਤੇ ਸਤਿਗੁਰੂ, ਗੁਰਤਾ ਗੱਦੀ ਦੇ ਪਾਵਨ ਔਰ ਪਵਿੱਤਰ ਤਖਤ ਉੱਪਰ ਸੁਭਾਏਮਾਨ ਪ੍ਰਕਾਸ਼ਮਾਨ ਸਤਿਗੁਰੂ ਜੀ, ਹਾਜ਼ਰ ਨਾਜ਼ਰ ਦਸਾਂ ਪਾਤਸ਼ਾਹੀਆਂ ਦੀ ਜਗਦੀ ਹੋਈ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਏਮਾਨ ਇਕੱਤਰ ਹੋ ਰਹੀ ਸਤਿਗੁਰੂ ਮਹਾਰਾਜ ਜੀ ਦੀ ਸਾਜੀ ਔਰ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਮਾਈ ਭਾਈ ਸਾਧ ਸੰਗਤ ਜੀ, ਆਪ ਸਮੁੱਚੀਆਂ ਗੁਰੂ ਕੀਆਂ ਸੰਗਤਾਂ ਵਡਭਾਗੀਆਂ ਹੋ, ਜਿਨ੍ਹਾਂ ਤੇ ਸਤਿਗੁਰੂ ਜੀ ਨੇ ਅਪਾਰ ਰਹਿਮਤ ਬਖਸ਼ਿਸ਼ ਕਲਾ ਵਰਤਾਈ ਹੈ। ਜਿਸ ਰਹਿਮਤ ਔਰ ਬਖਸ਼ਿਸ਼ ਦਾ ਸਦਕਾ ਜਿੱਥੇ ਆਪ ਗੁਰੂ ਕੀਆਂ ਸੰਗਤਾਂ ਨੇ ਸਿੱਖਾਂ ਦੇ ਕੇਂਦਰੀ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਾਵਨ ਪਵਿੱਤਰ ਪਾਕ ਦਰਸ਼ਨ ਦੀਦਾਰ ਕੀਤੇ ਹਨ, ਸਤਿਗੁਰਾਂ ਦੇ ਪਾਵਨ ਸਰੋਵਰ ਦੇ ਇਸ਼ਨਾਨ ਪਾਨ ਕੀਤੇ ਹਨ, ਉੱਥੇ ਹੀ ਆਪ ਗੁਰੂ ਕੀ ਸੰਗਤ ਨੂੰ ਮਹਾਰਾਜ ਜੀ ਦੀ ਰਹਿਮਤ ਦੇ ਨਾਲ ਗੁਰਦੁਆਰਾ ਦੀਵਾਨ ਹਾਲ ਸ੍ਰੀ ਮੰਜੀ ਸਾਹਿਬ ਵਿਖੇ ਜੋ ਅੰਮ੍ਰਿਤ ਵੇਲੇ ਮਹਾਰਾਜ ਹਜ਼ੂਰ ਸਤਿਗੁਰੂ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਮੁੱਚੀ ਕਾਇਨਾਤ ਦੀ ਭਲਾਈ ਦੇ ਲਈ, ਸਮੁੱਚੇ ਸਿੱਖ ਜਗਤ ਨੂੰ, ਸਮੁੱਚੇ ਸੰਸਾਰ ਨੂੰ ਉਪਦੇਸ਼ ਦਿੰਦਿਆਂ ਹੋਇਆਂ ਜੋ ਪਾਵਨ ਮੁਖ ਵਾਕ ਮਹਾਰਾਜ ਅੰਮ੍ਰਿਤ ਵੇਲੇ ਬਖਸ਼ਦੇ ਹਨ, ਉਸ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਸਾਹਿਬ ਜੀ ਦੀ ਕਥਾ ਸੁਣਨ ਦਾ ਇਹ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਆਪ ਵਡਭਾਗੀਆਂ ਗੁਰੂ ਕੀਆਂ ਸੰਗਤਾਂ ਨੇ ਸਤਿਗੁਰੂ ਜੀ ਕੇ ਪਾਵਨ ਹਜ਼ੂਰ ਹਾਜ਼ਰੀ ਭਰ ਕੇ ਜਿੱਥੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਦੀਦਾਰ ਕੀਤੇ ਹਨ, ਆਪੋ ਆਪਣੀ ਜੋਦਰੀ ਅਰਦਾਸ ਬੇਨਤੀ ਅਰਜ਼ ਧੰਨ ਸਤਿਗੁਰੂ ਜੀ ਕੇ ਪਾਵਨ ਚਰਨ ਕਮਲਾਂ ਵਿੱਚ ਗੁਜ਼ਾਰੀ ਹੈ, ਅਰਦਾਸ ਬੇਨਤੀ ਕੀਤੀ ਹੈ। ਉੱਥੇ ਹੀ ਆਪ ਜੀ ਨੇ ਗੁਰੂ ਘਰ ਦੇ ਕੀਰਤਨੀਆਂ ਦੀ ਰਸਨਾ ਤੋਂ ਪਾਵਨ ਔਰ ਪਵਿੱਤਰ ਪਾਕ ਸਤਿਗੁਰੂ ਜੀ ਦੀ ਬਾਣੀ ਦੇ ਸ਼ਬਦ ਕੀਰਤਨ ਸੁਣੇ ਹਨ, ਲਾਹਾ ਪ੍ਰਾਪਤ ਕੀਤਾ ਹੈ। ਭਾਈ ਸਾਹਿਬ ਜੀ ਦੀ ਰਸਨਾ ਤੋਂ ਆਪ ਜੀ ਨੇ ਬੜੇ ਪ੍ਰੇਮ ਦੇ ਨਾਲ ਸਤਿਗੁਰੂ ਜੀ ਕੀ ਪਾਵਨ ਬਾਣੀ ਦੇ ਮੁਖ ਵਾਕ ਦੀ ਪਹਿਲੀ ਪੌੜੀ ਦਾ ਪਾਠ ਸੁਣਿਆ ਹੈ। ਬਹੁਤ ਉੱਤਮ ਭਾਗ ਸਤਿਗੁਰੂ ਜੀ ਨੇ ਇਹ ਆਪਣੇ ਸਾਰਿਆਂ ਦੇ ਬਣਾਏ ਹਨ।
ਇਸ ਸਮੇਂ ਦੇ ਘੋਰ ਕਲਯੁਗ ਦੇ ਅੰਦਰ ਜਿਹੋ ਜਿਹਾ ਭਿਆਨਕ ਹਾਲਾਤ, ਭਿਆਨਕ ਸਮਾਂ ਸਮੁੱਚੇ ਸੰਸਾਰ ਦੇ ਅੰਦਰ ਬਣਿਆ ਹੋਇਆ ਹੈ, ਕੋਈ ਲੋਭ ਵਸ ਹੋ ਕੇ, ਲਾਲਚ ਦੇ ਵਸ ਹੋ ਕੇ, ਤ੍ਰਿਸ਼ਨਾ ਦੇ ਵਸ ਵਿੱਚ ਪਿਆ ਹੋਇਆ, ਧਨ ਨੂੰ ਜੋੜਨ ਦੇ ਲਈ, ਮਾਇਆ ਇਕੱਤਰ ਕਰਨ ਦੇ ਲਈ, ਸੰਸਾਰ ਦੇ ਪਦਾਰਥ ਇਕੱਤਰ ਕਰਨ ਦੇ ਲਈ, ਕੋਈ ਆਪਣੇ ਘਰ ਤੋਂ ਬਾਹਰ ਹੈ, ਕੋਈ ਕਿਤੇ ਹੈ, ਕੋਈ ਕਿਸ ਹਾਲਾਤ ਦੇ ਵਿੱਚ ਹੈ, ਔਰ ਕੋਈ ਆਪਣੀ ਜ਼ਿੰਦਗੀ ਔਰ ਮੌਤ ਦੀ ਲੜਾਈ ਲੜ ਰਿਹਾ ਹੌਸਪਿਟਲਾਂ ਦੇ ਵਿੱਚ ਹੈ, ਕੋਈ ਸੜਕਾਂ ਤੇ ਹੈ। ਪਰ ਸਾਡੇ ਤੇ ਕਿੱਡੀ ਰਹਿਮਤ ਹੈ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੀ। ਅਸੀਂ ਇਸ ਸਮੇਂ ਸਤਿਗੁਰੂ ਜੀ ਕੇ ਪਾਵਨ ਚਰਨ ਕਮਲਾਂ ਅੰਦਰ ਸੱਜ ਕੇ ਮਹਾਰਾਜ ਜੀ ਦੀ ਵਡਿਆਈ ਨੂੰ ਸੁਣ ਰਹੇ ਹਾਂ। ਇਸ ਲਈ ਸਵਾਸ ਸਵਾਸ ਧੰਨ ਸਤਿਗੁਰੂ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ, ਧੰਨ ਸੋਢੀ ਸੁਲਤਾਨ ਪਿਤਾ ਗਰੀਬ ਨਿਵਾਜ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਸ਼ੁਕਰਗੁਜ਼ਾਰ ਹੋਈਏ। ਸਤਿਗੁਰੂ ਜਿਸ ਪਾਵਨ ਸ੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਦੀਦਾਰਾਂ ਦੀ ਮੰਗ, ਜਿਸ ਪਾਵਨ ਪਾਕ ਪਵਿੱਤਰ ਸਰੋਵਰ ਦੇ ਇਸ਼ਨਾਨ ਦੀ ਮੰਗ, ਰੋਜ਼ਾਨਾ ਵਿਦੇਸ਼ਾਂ ਵਿੱਚ ਦੂਰ ਦਰੇਡੇ ਬੈਠੇ ਹੋਏ ਸਿੱਖ ਅਰਦਾਸ ਕਰਕੇ ਰੋਜ਼ ਜਿਹੜੀ ਮੰਗ ਮੰਗਦੇ ਹਨ, ਆਪ ਜੀ ਨੇ ਇਹ ਮਹਾਨ ਤਰਸ ਕੀਤਾ ਹੈ। ਅਸੀਂ ਉਸ ਮੰਗ ਦੇ ਲਾਇਕ ਹੋਏ ਹਾਂ। ਅਸੀਂ ਉਸ ਪਾਵਨ ਸ੍ਰੀ ਦਰਬਾਰ ਸਾਹਿਬ ਜੀ ਦੇ ਪਾਵਨ ਪਵਿੱਤਰ ਆਪ ਜੀ ਕੇ ਪਾਕ ਸਰੋਵਰ ਦੇ ਦਰਸ਼ਨ ਇਸ਼ਨਾਨ ਕੀਤੇ ਹਨ। ਆਪ ਜੀ ਦੀ ਇਹ ਰਹਿਮਤ ਵਰਤੀ ਹੈ ਔਰ ਇਹ ਸੁਭਾਗ ਸਾਨੂੰ ਆਪ ਜੀ ਨੇ ਬਖਸ਼ਿਆ ਹੈ। ਅਸੀਂ ਆਪ ਜੀ ਕੀ ਹਜ਼ੂਰ ਬੈਠ ਕੇ ਪਾਵਨ ਪਵਿੱਤਰ ਸ੍ਰੀ ਮੁਖਵਾਕ ਸਾਹਿਬ ਜੀ ਦੀ ਕਥਾ ਸ਼ਰਵਣ ਕਰ ਰਹੇ ਹਾਂ। ਆਓ ਮਨ ਚਿੱਤ ਬਿਰਤੀ ਦੀ ਇਕਾਗਰਤਾ ਬਣਾ ਕੇ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਚਰਨ ਕਮਲਾਂ ਦਾ ਓਟ ਆਸਰਾ ਤੱਕਦਿਆਂ ਹੋਇਆਂ, ਸਤਿਗੁਰੂ ਜੀ ਨੇ ਜੋ ਪਵਿੱਤਰ ਮੁਖਵਾਕ ਬਖਸ਼ਿਸ਼ ਕੀਤੇ ਹਨ, ਉਸ ਪਾਵਨ ਸ਼ਬਦ ਦੀ ਵਿਚਾਰ ਨਾਲ ਜੁੜੀਏ। ਗਰੀਬ ਨਿਵਾਜ ਮਹਾਰਾਜ ਜੀ ਦੀ ਬਾਣੀ ਅਗਾਧ ਬੋਧ ਹੈ, ਬੇਅੰਤ ਹੈ। ਵਡਿਆਈ ਸਤਿਗੁਰਾਂ ਦੀ ਵੱਡੀ ਹੈ। ਇਸ ਕਰਕੇ ਕਿਸੇ ਇਨਸਾਨ ਦੇ ਅੰਦਰ, ਸੰਸਾਰ ਦੇ ਕਿਸੇ ਕਵੀ ਦੇ ਅੰਦਰ, ਸੰਸਾਰ ਦੇ ਕਿਸੇ ਵੀ ਪੜ੍ਹੇ ਲਿਖੇ ਵਿਦਵਾਨ ਦੇ ਅੰਦਰ ਇੰਨਾ ਬਲ ਨਹੀਂ ਹੈ ਵੀ ਮਹਾਰਾਜ ਜੀ ਦੀ ਬਾਣੀ ਦੇ ਅਰਥ, ਸਤਿਗੁਰਾਂ ਦੀ ਪਾਵਨ ਵਿਚਾਰ ਨੂੰ ਬਹੁਤ ਸੁਚੱਜੇ ਢੰਗ ਦੇ ਨਾਲ ਜਾਂ ਬਹੁਤ ਨਿਪੁੰਨਤਾ ਦੇ ਨਾਲ ਬਿਆਨ ਕਰ ਸਕੇ। ਇਸ ਲਈ ਇਹ ਸਤਿਗੁਰੂ ਆਪ ਰਹਿਮਤ ਕਰਕੇ ਆਪਣੀ ਪਾਵਨ ਵਿਚਾਰ ਕਰਵਾ ਲੈਣ। ਆਪ ਸਮੁੱਚੀ ਗੁਰੂ ਕੀ ਸੰਗਤ ਇਕਾਗਰਤਾ ਦੇ ਸਹਿਤ ਸੁਣਨ ਦਾ ਯਤਨ ਕਰੋ। ਮੁਬਾਰਕ ਰਸਨਾ ਤੋਂ ਇੱਕ ਵਾਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਿਲੰਗ ਮਹੱਲਾ ਪਹਿਲਾ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਭੁੱਲਿਆ ਭਟਕਿਆ ਹੋਇਆਂ ਲੋਕਾਂ ਨੂੰ, ਕੁਰਾਹੇ ਪਿਆ ਹੋਇਆਂ ਨੂੰ ਸਿੱਧਾ ਮਾਰਗ ਦਿਖਾਉਣ ਵਾਲੇ, ਉਦਾਸੀਆਂ ਕਰਕੇ ਸੰਸਾਰ ਦੇ ਭੁਲੱਕੜ ਲੋਕਾਂ ਨੂੰ ਬਹੁਤ ਸੋਹਣੇ ਢੰਗ ਦੇ ਨਾਲ ਉਪਦੇਸ਼ ਦੇ ਕੇ ਪਰਮੇਸ਼ਰ ਦੀ ਪ੍ਰਾਪਤੀ ਕਰਵਾਉਣ ਵਾਲੇ,
ਪਰਮੇਸ਼ਰ ਅਕਾਲ ਪੁਰਖ ਜੀ ਦੇ ਰਸਤੇ ਤੇ ਤੋਰਨ ਵਾਲੇ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਇਹ ਪਾਕ ਬਚਨ ਹੈ ਤਿਲੰਗ ਰਾਗ ਦੇ ਅੰਦਰ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 722 ਅੰਗ ਦੇ ਉੱਪਰ ਇਹ ਪਾਵਨ ਸ਼ਬਦ ਸੁਭਾਏਮਾਨ ਹਨ। ਇਸ ਪਾਵਨ ਉਪਦੇਸ਼ ਵਿੱਚ ਮਹਾਰਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕੀ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਇਹ ਆਨੜੀਏ ਮਾਨੜਾ ਕਾਏ ਕਰੇ। ਇਹ ਆਨੜੀਏ ਦਾ ਭਾਵ ਹੈ ਅਣਜਾਣ, ਜਿਹਦੇ ਅੰਦਰ ਕੋਈ ਬਹੁਤ ਸਿਆਣਪ ਨਾ ਹੋਵੇ। ਕੱਚੀ ਉਮਰ ਦੀ ਕੁਆਰ ਕੰਨਿਆ ਨੂੰ ਬਾਲਕ ਅਵਸਥਾ ਵਿੱਚ ਜਿਹੜੀ ਹੋਵੇ, ਇੱਕ ਤਾਂ ਬਾਲਕ ਨੂੰ ਕਿਹਾ ਜਾਂਦਾ ਇਹ ਨਿਆਣਾ ਹੈ, ਇਸ ਨੂੰ ਸਮਝ ਨਹੀਂ ਹੈ। ਦੂਸਰਾ, ਉਮਰ ਤਾਂ ਵਡੇਰੀ ਵੀ ਹੋ ਜਾਣੀ, ਉਮਰ ਵੱਧ ਵੀ ਜਾਣੀ, ਪਰ ਫਿਰ ਵੀ ਗਿਆਨ ਨਾ ਪ੍ਰਾਪਤ ਕਰਨਾ, ਕੋਈ ਸਮਝ ਨਾ ਰੱਖਣੀ। ਸਿਆਣੇ ਉਮਰ ਦੇ ਹੋਣ ਦੇ ਬਾਵਜੂਦ ਵੀ ਸਿਆਣਪ ਵਾਲਾ ਕੰਮ ਕੋਈ ਨਾ ਕਰਨਾ। ਕਈ ਵਾਰੀ ਆਮ ਆਪਾਂ ਸੰਸਾਰ ਵਿੱਚ ਕਹਿੰਦੇ ਹਾਂ, ਲੈ ਵੇਖਣ ਨੂੰ ਤਾਂ ਬਹੁਤ ਸਿਆਣਾ ਲੱਗਦਾ, ਉਮਰ ਤਾਂ ਬਥੇਰੀ ਇਸ ਦੀ ਹੋ ਗਈ, ਪਰ ਕੰਮ ਇਹਦੇ ਨਿਆਣਿਆਂ ਵਾਲੇ ਹੀ ਹਨ। ਕੰਮ ਇਸ ਦੇ ਅਣਜਾਣਾ ਵਾਲੇ ਹੀ ਹੈ, ਇਸ ਨੂੰ ਇਸ ਕੰਮ ਦੀ ਕੋਈ ਸਮਝ ਨਹੀਂ ਬਹੁਤੀ। ਉਹ ਇਹ ਆਨੜੀਏ ਸ਼ਬਦ ਮਹਾਰਾਜ ਇੱਥੇ ਵਰਤ ਰਹੇ। ਇਹ ਆਨੜੀਏ ਮਾਨੜਾ ਕਾਏ ਕਰੇ ਹੈ। ਅਸੀਂ ਜਿੰਨੇ ਵੀ ਹਾਂ ਨਾ, ਆਪਾਂ ਸਾਰੇ ਇਸ ਪਾਵਨ ਦਰਬਾਰ ਅੰਦਰ ਸਜੇ ਹੋਏ ਮੇਰੇ ਸਮੇਤ, ਜਾਂ ਜਿੰਨੇ ਵੀ ਇਹ ਲਾਈਵ ਟੈਲੀਕਾਸਟ ਘਰਾਂ ਵਿੱਚ ਦੇਖ ਰਹੇ ਆ, ਜਿੱਥੇ ਜਿੱਥੇ ਵੀ ਅਸੀਂ ਬੈਠੇ ਹਾਂ, ਸਾਰੇ ਆਪੋ ਆਪਣੇ ਸੁਭਾਅ ਦੇ ਮੁਤਾਬਿਕ ਅਸੀਂ ਆਪੋ ਆਪਣੇ ਆਪ ਨੂੰ ਸਿਆਣਾ ਸਮਝਦੇ ਹਾਂ। ਕੋਈ ਆਪਣੇ ਆਪ ਨੂੰ ਮੂਰਖ ਨਹੀਂ ਗਿਣਦਾ ਹੈ। ਕਿਸੇ ਨੂੰ ਕਹਿ ਦਈਏ ਤੂੰ ਮੂਰਖ ਹੈ, ਉਹ ਗੁੱਸਾ ਕਰਦਾ ਹੈ ਵੀ ਤੂੰ ਮੈਨੂੰ ਮੂਰਖ ਕਿਉਂ ਕਹਿ ਰਿਹਾ, ਮੈਂ ਬਹੁਤ ਸਿਆਣਾ ਹਾਂ। ਜਿੰਨੇ ਵੀ ਹਾਂ ਨਾ, ਆਪਾਂ ਸਾਰਿਆਂ ਨੂੰ ਇਹ ਭੁਲੇਖਾ ਹੈ ਵੀ ਮੇਰੇ ਅੰਦਰ ਬਹੁਤ ਸਿਆਣਪ ਹੈ। ਮੈਂ ਜੋ ਫੈਸਲਾ ਕਰਦਾ ਉਹ ਵੀ ਮੈਂ ਸਿਆਣਾ ਹਾਂ ਤਾਂ ਕਰ ਲੈਂਦਾ, ਔਰ ਚੰਗਾ ਫੈਸਲਾ ਕਰਦਾ ਹਾਂ। ਜਿਸ ਰਸਤੇ 'ਤੇ ਮੈਂ ਤੁਰਿਆ ਹੋਇਆ ਹਾਂ, ਜੇ ਮੈਂ ਇਹ ਰਸਤਾ ਤੈਅ ਕਰ ਰਿਹਾ ਤਾਂ ਵੀ ਮੇਰੀ ਸਿਆਣਪ ਹੈ। ਜੇ ਮੈਂ ਕੁਝ ਪ੍ਰਾਪਤ ਕਰ ਲਿਆ, ਕੁਝ ਮਿਲਿਆ ਹੈ, ਕੁਝ ਹਾਸਲ ਕੀਤਾ ਹੈ, ਤਾਂ ਵੀ ਮੇਰੀ ਸਿਆਣਪ ਹੈ। ਜੇ ਮੈਨੂੰ ਕੋਈ ਸਲਾਮ ਕਰਦਾ, ਮੇਰੇ ਅੱਗੇ ਝੁਕਦਾ, ਤਾਂ ਵੀ ਮੇਰੀ ਸਿਆਣਪ ਹੈ ਵੀ ਮੈਂ ਸਿਆਣਾ ਬਣ ਕੇ ਆਪਣੇ ਆਪ ਨੂੰ ਉਸ ਤਰ੍ਹਾਂ ਦਾ ਬਣਾਇਆ, ਲੋਕ ਮੇਰੇ ਅੱਗੇ ਝੁਕਦੇ ਹਨ। ਕੋਈ ਨਹੀਂ ਕਹਿੰਦਾ ਮੈਂ ਨਿਆਣਾ ਹਾਂ, ਜਾਂ ਮੈਂ ਮੂਰਖ ਹਾਂ, ਜਾਂ ਮੈਨੂੰ ਸਮਝ ਨਹੀਂ ਹੈ। ਸੰਸਾਰ ਦੇ ਪਦਾਰਥ ਇਕੱਤਰ ਕਰਕੇ ਹੀ ਅਸੀਂ ਸਿਆਣੇ ਬਣੇ ਪਏ ਹਾਂ। ਜਿੰਨੇ ਥੋੜ੍ਹਾ ਬਹੁਤ ਧਨ ਜੋੜ ਲਿਆ, ਆਮ ਕਹਾਵਤ ਹੈ ਸੰਸਾਰ ਦੇ ਅੰਦਰ, ਲੋਕ ਆਮ ਘਰਾਂ ਵਿੱਚ ਇਹ ਬੋਲ ਬੋਲਦੇ ਹਨ ਵੀ ਜਿਹਦੇ ਘਰ ਦਾਣੇ ਉਹਦੇ ਕਮਲੇ ਵੀ ਸਿਆਣੇ। ਜਿੰਨੇ ਸੰਸਾਰ ਦਾ ਥੋੜ੍ਹਾ ਜਿਹਾ ਵੀ ਪਦਾਰਥ ਜਾਂ ਵਸਤੂ ਇਕੱਤਰ ਕੀਤੀ, ਉਹ ਭਾਵੇਂ ਗਰੀਬੀ 'ਚ ਉਹਨੂੰ ਕੋਈ ਕਮਲਾ ਹੀ ਕਹਿੰਦਾ ਹੋਵੇ, ਜਦੋਂ ਧਨ ਜੋੜ ਲਵੇ ਫਿਰ ਅਸੀਂ ਕਹਿੰਦੇ ਬਹੁਤ ਸਿਆਣਾ ਬੰਦਾ ਹੈ। ਪ੍ਰਭਾਵ ਉਹਦੇ ਧਨ ਦਾ ਪੈ ਜਾਂਦਾ ਹੈ। ਮਹਾਰਾਜ ਕਹਿੰਦੇ ਤੁਸੀਂ ਸੰਸਾਰ ਦੇ ਪਦਾਰਥਾਂ ਨੂੰ ਜੋੜ ਕੇ ਤਾਂ ਸਿਆਣੇ ਹੋ। ਸੰਸਾਰ ਦੇ ਵਿੱਚ ਫੈਸਲੇ ਕਰਨੇ, ਆਪੋ ਆਪਣੇ ਰਾਹ ਚੁਣ ਲੈਣੇ, ਅਸੀਂ ਬੜੀ ਸਿਆਣਪ ਵਰਤਦੇ ਹਾਂ। ਪਰ ਅੰਦਰ ਝਾਤ ਮਾਰ ਕੇ ਵੇਖਿਓ ਵੀ ਪਰਮੇਸ਼ਰ ਦੀ ਪ੍ਰਾਪਤੀ ਦੇ ਰਸਤੇ 'ਤੇ ਤੁਰਨ ਲਈ ਕਿੰਨੇ ਕੁ ਸਿਆਣੇ ਬਣੇ ਹਾਂ। ਇਹ ਆਨੜੀਏ ਮਾਨੜਾ ਕਾਏ ਕਰੇ, ਕਿਸ ਚੀਜ਼ ਦਾ ਮਾਨ ਕਰਦੀ ਹੈ। ਇਹ ਆਨੜੀਏ ਇਸਤਰੀ, ਇਹ ਇਸਤਰੀ ਵਾਚਕ ਮਹਾਰਾਜ ਜੀ ਨੇ ਬਚਨ ਉਚਾਰਿਆ। ਜਿਵੇਂ ਉਦਾਹਰਨ ਦੇ ਕੇ ਆਪ ਜੀ ਨੂੰ ਬੇਨਤੀ ਕਰਾਂ,
ਇੱਕ ਸਿਆਣੀ ਬੀਬੀ ਹੋਏ ਨਾ, ਵਿਆਹੀ ਹੋਈ ਸਿਆਣੀ ਸੁਹਾਗਵੰਤੀ ਸੁਹਾਗਣ ਬੀਬੀ, ਪਤੀ ਬ੍ਰਤਾ ਧਰਮ ਦੇ ਵਿੱਚ ਪਰਪੱਕਤਾ ਰੱਖਦੀ ਹੋਵੇ, ਜਦੋਂ ਉਹ ਸੁਹਾਗਣ ਇਸਤਰੀ ਸਿਆਣੀ ਹੁੰਦੀ, ਜਦੋਂ ਉਸ ਦੀ ਕੋਈ ਸਖੀ ਵਿਆਹੁਣ ਦੀ ਉਮਰ ਵਿੱਚ ਹੋਵੇ ਜਾਂ ਵਿਆਹੀ ਜਾਵੇ, ਉਸ ਨੂੰ ਫਿਰ ਜਦੋਂ ਸਿੱਖਿਆ ਦਿੰਦੀ ਹੈ ਤਾਂ ਇਸ ਤਰ੍ਹਾਂ ਉਹ ਕਹਿੰਦੀ ਹੈ ਵੀ ਤੂੰ ਜੇ ਕੋਈ ਉਹ ਝੂਠਾ ਹੰਕਾਰ ਕਰੇ, ਉਹਨੂੰ ਕਹਿੰਦੀ ਕਾਦੇ ਲਈ ਇਸ ਗੱਲ ਦਾ ਮਾਣ ਕਰਦੀ, ਤੂੰ ਨਿਆਣੀ ਹੈ, ਤੈਨੂੰ ਇਸ ਗੱਲ ਦੀ ਸਮਝ ਨਹੀਂ ਹੈ। ਦੋ ਬੀਬੀਆਂ ਆਪਸ ਵਿੱਚ ਗੱਲਾਂ ਕਰ ਰਹੀਆਂ, ਸਿਆਣੀ ਬੀਬੀ ਨਿਆਣੀ ਨੂੰ ਕਹਿ ਰਹੀ ਤੂੰ ਕਿਉਂ ਇਦਾਂ ਕਰਦੀ, ਤੂੰ ਨਿਆਣੀ ਹੈ, ਤੈਨੂੰ ਇਸ ਗੱਲ ਦੀ ਸਮਝ ਨਹੀਂ ਹੈ। ਇੱਥੇ ਮਹਾਰਾਜ ਨੇ ਸਾਨੂੰ ਸਾਰਿਆਂ ਨੂੰ ਜੀਵ ਰੂਪੀ ਇਸਤਰੀ ਜਾਣ ਕੇ ਤਾਂ ਸਾਨੂੰ ਇਹ ਉਪਦੇਸ਼ ਬਖਸ਼ਿਆ, ਇਹ ਆਨੜੀਏ ਮਾਨੜਾ ਕਾਏ ਕਰੇਹੇ, ਇਹ ਆਨੜੀਏ ਸਵਾਲ ਹੈ, ਹੇ ਨਿਆਣੀਏ, ਹੇ ਅਣਜਾਣ ਇਸਤਰੀਏ, ਨਾ ਤਾਂ ਤੈਨੂੰ ਰੱਬ ਦੇ ਘਰ ਦਾ ਕੋਈ ਗਿਆਨ ਹੈ, ਨਾ ਤੇਰੇ ਅੰਦਰ ਕੋਈ ਉਹਦੀ ਪ੍ਰਾਪਤੀ ਵਾਲਾ ਕਣ ਹੈ, ਨਾ ਤੂੰ ਉਹਨੂੰ ਪ੍ਰਾਪਤ ਕੀਤਾ ਹੈ, ਨਾ ਤੂੰ ਉਸ ਦਾ ਨਾਮ ਜਪਦਾ, ਨਾ ਨਿਤਨੇਮ ਕਰਦਾ, ਨਾ ਸੇਵਾ ਕਰਦਾ, ਨਾ ਹੀ ਭਲੇ ਮਾਰਗ ਤੇ ਤੁਰ ਰਿਹਾ, ਤੇ ਮਾਨੜਾ ਕਾਏ ਕਰੇਹ, ਮਾਣ ਕਿਸ ਗੱਲ ਦਾ ਹੈ। ਬਿਨਾਂ ਵਜ੍ਹਾ ਹੀ ਹੰਕਾਰ ਵਿੱਚ ਅੰਨੇ ਬੋਲੇ ਹੋ ਕੇ ਚੌੜੇ ਹੋ ਕੇ ਤੁਰੇ ਫਿਰਦੇ ਹਾਂ ਵੀ ਮੈਂ ਆ ਖੱਟ ਲਿਆ, ਮੈਂ ਆ ਸੰਸਾਰ ਵਿੱਚ ਜੋੜ ਲਿਆ। ਇਹ ਤਾਂ ਦ੍ਰਿਸ਼ਟ ਮਾਨ ਹੈ ਸਗਲ ਮਥੇਨਾ, ਸੰਸਾਰ ਦੇ ਜਿੰਨੇ ਪਦਾਰਥ ਹਨ, ਜਿੰਨੀਆਂ ਵਸਤੂਆਂ, ਜੋ ਜੋ ਪਸਾਰਾ ਨਜ਼ਰ ਆ ਰਿਹਾ, ਇਹ ਤਾਂ ਦ੍ਰਿਸ਼ਟ ਮਾਨ ਜਿੰਨਾ ਵੀ ਮਿਥਿਆ ਹੋਇਆ ਨਾਸ਼ਵੰਤ ਹੈ। ਇੱਥੇ ਨਾ ਸਿਆਣਪ ਵਿਖਾ, ਇਹ ਵੇਖ ਕੇ ਵੀ ਪਰਮੇਸ਼ਰ ਦੀ ਪ੍ਰਾਪਤੀ ਵਾਲਾ ਕੋਈ ਰਸਤਾ ਚੁਣਿਆ, ਉਹਦੇ ਨਾਲ ਕੋਈ ਮਿਲਾਪ ਵਾਲੀ ਗੱਲ ਹੋਈ ਅਜੇ ਤੱਕ ਜਾਂ ਨਹੀਂ। ਕਿਸੇ ਦੀ 60 ਸਾਲ ਲੰਘ ਗਈ, ਕਿਸੇ ਦੀ 20 ਸਾਲ ਲੰਘ ਗਈ, ਕਿਸੇ ਦੀ 50 ਸਾਲ ਗੁਜ਼ਰ ਗਈ ਹੈ, ਕਿਸੇ ਦੀ 60 70 ਸਾਲ 80 ਸਾਲ ਗੁਜ਼ਰ ਗਈ, ਪਰ ਅਜੇ ਤੱਕ ਇਹ ਝਾਤ ਮਾਰ ਕੇ ਵੇਖਿਆ ਨਹੀਂ ਅੰਦਰ ਵੀ ਉਹਦੇ ਨਾਲ ਮਿਲਾਪ ਵਾਲੀ ਗੱਲ ਚੱਲੀ ਹੈ ਕੋਈ ਜਾਂ ਨਹੀਂ ਚੱਲੀ ਹੈ। ਜੇ ਤਾਂ 60 ਸਾਲ ਉਮਰ ਹੋ ਗਈ ਤੇ ਪਰਮੇਸ਼ਰ ਦੇ ਮਿਲਾਪ ਵਾਲੇ ਰਸਤੇ ਤੇ ਤੁਰੇ ਹੋਏ ਹਾਂ, ਜੇ ਤਾਂ ਉਹਦੇ ਨੇੜੇ ਹਾਂ ਤਾਂ ਠੀਕ ਹੈ, ਸਿਆਣਪ ਹੈ। ਤੇ ਜੇ 60 ਸਾਲ ਲੰਘਣ ਤੋਂ ਬਾਅਦ ਅਜੇ ਵੀ ਉਹਦੇ ਮਾਰਗ ਤੇ ਨਹੀਂ ਚੱਲੇ, ਕੋਈ ਮਿਲਾਪ ਵਾਲੀ ਗੱਲ ਛਿੜੀ ਨਹੀਂ, ਤੇ ਫਿਰ ਮਾਨੜਾ ਕਾਏ ਕਰੇਹ, ਕਾਹਦਾ ਹੰਕਾਰ ਹੈ, ਫਿਰ ਕਿਸ ਚੀਜ਼ ਦਾ ਮਾਣ ਹੈ। ਮੈਂ ਆਪ ਜੀ ਨੂੰ ਬੇਨਤੀ ਕਰਾਂ, ਸਿਰਫ ਪਹਿਰਾਵਾ ਪਾ ਕੇ, ਵਿਖਾਵਾ ਪਾ ਕੇ ਮਾਣ ਨਾ ਕਰਿਓ ਕਦੇ ਵੀ। ਪਤਾ ਨਹੀਂ ਮੈਂ ਕਿੱਡਾ ਕੁ ਗੁਰਸਿੱਖ ਹਾਂ, ਪਤਾ ਨਹੀਂ ਮੇਰੇ ਵਰਗਾ ਕੋਈ ਹੋਣਾ ਹੀ ਨਹੀਂ ਦੂਸਰਾ। ਭੇਖ ਬਹੁਤ ਬਣਾਉਂਦੇ ਆ ਸੰਸਾਰ ਦੇ ਅੰਦਰ। ਅਸਲ ਵਿੱਚ ਜਿਹੜਾ ਨਿਤਨੇਮ ਨਾਲ ਜੁੜਿਆ ਹੋਇਆ, ਬਾਣੀ ਬੰਦਗੀ ਸੇਵਾ ਸਿਮਰਨ ਘਾਲਣਾ ਨਾਲ ਜੁੜਿਆ ਹੋਇਆ, ਜਿਹੜਾ ਇਹ ਮਸ਼ੱਕਤ ਘਾਲ ਰਿਹਾ ਏ, ਬੰਦਗੀ ਕਰਦਾ, ਫਿਰ ਉਹ ਮਾਣ ਕਰਦਾ ਹੀ ਨਹੀਂ ਕਿਸੇ ਵਸਤੂ ਦਾ, ਕਿਸੇ ਪਦਾਰਥ ਦਾ, ਜਾਂ ਉਸ ਮਾਰਗ ਤੇ ਤੁਰੇ ਹੋਏ ਦਾ ਹੰਕਾਰ ਉਹ ਪਾਲਦਾ ਨਹੀਂ ਹੈ। ਇਸ ਲਈ ਮਹਾਰਾਜ ਨੇ ਇਹ ਉਪਦੇਸ਼ ਦਿੱਤਾ ਵੀ ਪਰਮੇਸ਼ਰ ਨੂੰ ਭੁੱਲ ਕੇ ਨਾ ਤਾਂ ਤੂੰ ਉਹਦੀ ਪ੍ਰਾਪਤੀ ਕੀਤੀ, ਨਾ ਤੂੰ ਉਸ ਰਸਤੇ ਤੇ ਤੁਰਿਆ, ਨਾ ਤੂੰ ਕੋਈ ਸੇਵਾ ਕਰਦਾ, ਸਿਮਰਨ ਕਰਦਾ, ਬੰਦਗੀ ਕਰਦਾ, ਕੁਝ ਵੀ ਨਹੀਂ। ਸ਼ੁਭ ਗੁਣ ਦਇਆ ਤੇਰੇ ਅੰਦਰ ਨਹੀਂ, ਖਿਮਾ ਤੇਰੇ ਵਿੱਚ ਨਹੀਂ, ਸਤ ਸੰਤੋਖ ਤੇਰੇ ਵਿੱਚ ਨਹੀਂ, ਤੇ ਫਿਰ ਇਹ ਦੱਸ ਮਾਨੜਾ ਕਾਏ ਕਰੇਹ, ਕਾਹਦਾ ਮਾਣ ਕਰਦਾ ਹੈ। ਸੰਸਾਰ ਵਿੱਚ ਅਸੀਂ ਆਪਣੇ ਸਰੀਰ ਦਾ, ਆਪਣੇ ਪਦਾਰਥਾਂ ਦੇ ਹੰਕਾਰ ਚੱਕੀ ਫਿਰਦੇ ਹਾਂ। ਯਾਦ ਰੱਖੋ ਇਹ ਜਗ ਸਰਾਏ ਮੁਸਾਫਿਰਾਂ ਦੀ, ਇੱਥੇ ਜ਼ੋਰ ਵਾਲੇ ਕਈ ਆਏ ਗਏ। ਸ਼ਾਹ ਨਮਰੂਦ ਬਿਦਾਦ ਜਿਹੇ ਦਾਵੇ ਬਨ ਖੁਦਾਏ ਕਹਾਏ ਗਏ। ਅਕਬਰ ਸ਼ਾਹ ਜਿਹੇ ਆਏ ਵਿੱਚ ਦਿੱਲੀ, ਫੇਰੀ ਵਾਂਗ ਵਣਜਾਰਿਆਂ ਪਾਏ ਗਏ। ਸ਼ਾਹ ਮੁਹੰਮਦਾ ਰਹੇਗਾ ਰੱਬ ਸੱਚਾ, ਵਾਜੇ ਕੂੜ ਦੇ ਕਈ ਵਜਾਏ ਗਏ। ਬਹੁਤ ਆਏ ਅਕਬਰ ਬਾਦਸ਼ਾਹ ਵਰਗੇ, ਵੱਡੇ ਵੱਡੇ ਬਾਦਸ਼ਾਹ ਹੋ ਗੁਜ਼ਰੇ ਐ ਸੰਸਾਰ ਵਿੱਚੋਂ, ਕਿੰਨਿਆਂ ਕੁ ਨੂੰ ਯਾਦ ਕਰਦੇ ਹੋ। ਔਰੰਗਜ਼ੇਬ ਚਲਾ ਗਿਆ, ਹੋਰ ਕਿੰਨੇ ਚਲੇ ਗਏ ਉਹਦੇ ਨਾਲ ਦੇ, ਉਹਦੇ ਤੋਂ ਪਹਿਲਾਂ ਕਿੰਨੇ ਚਲੇ ਗਏ।
ਰਾਜਾ ਵੀ ਉਹ ਯਾਦ ਹੈ ਜਿਨਨੇ ਕੋਈ ਚੰਗਾ ਕਰਮ ਕੀਤਾ। ਵੱਡਾ ਰਾਜਾ ਹੋਇਆ, ਤਖਤ ਦਾ ਮਾਲਕ ਹੋਇਆ, ਚਲਾ ਗਿਆ ਸੰਸਾਰ, ਉਹਨੂੰ ਯਾਦ ਨਹੀਂ ਕਰਦਾ। ਇੱਕ ਆਮ ਜਿਹਾ ਗੁਰਸਿੱਖ ਹੋਇਆ, ਬਾਣੀ ਨਾਲ ਜੁੜਿਆ ਸੀ, ਬੰਦਗੀ ਦਾ ਰੰਗਿਆ ਹੋਇਆ ਸੀ। ਉਹਦੀ ਜਦੋਂ ਕੋਈ ਸ਼ਹੀਦੀ ਦਾ ਦਿਨ ਆਉਂਦਾ ਜਾਂ ਉਹਦਾ ਕੋਈ ਦਿਨ ਮਨਾਇਆ ਜਾਂਦਾ ਤੇ ਸੰਸਾਰ ਨੂੰ ਝੁਕ ਝੁਕ ਕੇ ਸਲਾਮਾਂ ਕਰਦਾ ਸਿੱਖ ਉਹਦਾ ਨਾਮ ਜਪਦੇ ਨੇ। ਕਾਰਨ ਕੀ ਹੈ? ਰਾਜੇ ਨੇ ਤਖਤ ਤੇ ਬੈਠ ਕੇ ਪਾਪ ਕੀਤਾ ਹੈ ਤੇ ਗੁਰਸਿੱਖ ਨੇ ਆਮ ਥੱਲੇ ਭੁੰਜੇ ਰਹਿ ਕੇ ਬੰਦਗੀ ਕੀਤੀ ਹੈ, ਨਾਮ ਜਪਿਆ, ਉਹਦੀ ਪ੍ਰਾਪਤੀ ਕੀਤੀ। ਫਰਕ ਇਹ ਹੈ, ਬੰਦਗੀ ਕਰਨ ਵਾਲਿਆਂ ਨੂੰ, ਪਰਮੇਸ਼ਰ ਨਾਲ ਜੁੜਿਆਂ ਹੋਇਆਂ ਨੂੰ ਸੰਸਾਰ ਯਾਦ ਕਰਦਾ ਹੈ, ਪਰ ਜੇ ਕੋਈ ਹੰਕਾਰੀ ਹੋਵੇ, ਮੂਰਖ ਹੋਵੇ, ਪਰਮੇਸ਼ਰ ਨੂੰ ਭੁਲਾ ਕੇ ਬੈਠਾ ਹੋਵੇ, ਭਾਵੇਂ ਤਖਤ ਦਾ ਕਿੱਡਾ ਵੀ ਮਾਲਕ ਕਿਉਂ ਨਾ ਹੋਵੇ, ਚਲਿਆ ਜਾਂਦਾ, ਲੋਕ ਭੁਲਾ ਦਿੰਦੇ, ਕੋਈ ਯਾਦ ਨਹੀਂ ਕਰਦਾ ਹੈ। ਔਰ ਸਮੇਂ ਦੇ ਅਨੁਸਾਰ ਜੇ ਉਹ ਕਿਤੇ ਤਖਤ ਤੇ ਮੌਜੂਦ ਹੋਵੇ, ਪਾਪ ਕਰੇ ਤੇ ਮੌਜੂਦ ਸਮੇਂ ਵਿੱਚ ਵੀ ਲੋਕ ਉਹਨੂੰ ਬੁਰਾ ਭਲਾ ਬੋਲਦੇ, ਮੰਦਾ ਬੋਲਦੇ ਹਨ, ਉਹਨੂੰ ਗਾਲਾਂ ਕੱਢਦੇ ਹਨ। ਇਸ ਲਈ ਇਹ ਕਦੇ ਹੰਕਾਰ ਨਾ ਰੱਖਣਾ ਮਨ ਦੇ ਅੰਦਰ ਵੀ, ਪਤਾ ਨਹੀਂ ਸੰਸਾਰ ਵਿੱਚ ਆਏ ਆਹ ਲੈ ਲਈਏ, ਆਹ ਬਣਾ ਲਈਏ। ਪਰਮੇਸ਼ਰ ਦੀ ਯਾਦ ਤੋਂ ਬਿਨਾਂ, ਰੱਬ ਦੀ ਪ੍ਰਾਪਤੀ ਤੋਂ ਬਿਨਾਂ ਕੋਈ ਮਾਣ ਨਾ ਕਰਿਓ। ਨਾ ਆਪਣੀ ਦੇਹ ਦਾ, ਸਰੀਰ ਦਾ, ਸੁੰਦਰਤਾ ਦਾ, ਪਦਾਰਥਾਂ ਦਾ ਕੋਈ ਹੰਕਾਰ ਨਹੀਂ ਰੱਖਣਾ ਗੁਰਸਿੱਖ ਨੇ। ਕਾਹਦਾ ਮਾਣ ਕਰੀ ਬੈਠਾ ਝੂਠਿਆਂ ਪਦਾਰਥਾਂ ਦਾ? ਸਤਿਗੁਰੂ ਕਹਿੰਦੇ ਤੂੰ ਤਾਂ ਨਿਆਣਾ ਹੈ, ਭੁੱਲਿਆ ਹੋਇਆ ਅਗਿਆਨ ਪੁਰਸ਼ ਹੈ ਤੂੰ ਤਾਂ। ਆਪ ਨੜੈ ਘਰ ਹਰ ਰੰਗੋ ਕੀ ਨਾ ਮਾਣੇ। ਬੜਾ ਬਾਹਰ ਜਾ ਜਾ ਕੇ ਲੱਭਿਆ ਵੀ ਰੱਬ ਨੂੰ ਕਿਤੋਂ ਪ੍ਰਾਪਤ ਕਰ ਲਵਾਂ। ਜਿਸ ਵੇਲੇ ਦੇ ਪਾਕ ਬਚਨ ਨੇ ਨਾ, ਉਹਨਾਂ ਵੇਲਿਆਂ ਵਿੱਚ ਲੋਕ ਜੰਗਲਾਂ ਵਿੱਚ ਜਾ ਕੇ ਘਰ-ਬਾਰ ਛੱਡ ਦਿੰਦੇ ਸਨ, ਬਾਹਰ ਜਾ ਕੇ ਪਰਮੇਸ਼ਰ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਸਨ ਵੀ ਰੱਬ ਲੱਭ ਲਈਏ। ਮੈਂ ਇੱਕ ਵਾਰੀ ਸਤਿਗੁਰੂ ਜੀ ਦੀ ਰਹਿਮਤ ਦੇ ਨਾਲ, ਮੇਰੇ ਖਿਆਲ ਇਸੇ ਅਸਥਾਨ ਤੋਂ ਕਥਾ ਕਰਦਿਆਂ ਬੇਨਤੀ ਕੀਤੀ ਸੀ, ਦੇਸ ਛੋੜ ਪਰਦੇਸਹਿ ਧਾਇਆ, ਪੰਚ ਚੰਡਾਲ ਨਾਲੇ ਲੈ ਆਇਆ। ਘਰ ਛੱਡਿਆ, ਪਰਿਵਾਰ ਛੱਡਿਆ, ਘਰ ਵਾਲੀ ਵੀ ਛੱਡ ਦਿੱਤੀ, ਬੱਚੇ ਵੀ ਤਿਆਗ ਦਿੱਤੇ, ਸਾਕ ਸੰਬੰਧੀਆਂ ਨਾਲੋਂ ਨਾਤਾ ਤੋੜ ਲਿਆ ਤੇ ਕਹਿੰਦਾ ਮੈਂ ਤਿਆਗੀ ਵੈਰਾਗੀ ਹੋ ਕੇ, ਤਪਸਵੀ ਹੋ ਕੇ ਹੁਣ ਜੰਗਲ ਵਿੱਚ ਚੱਲਿਆ, ਉੱਥੇ ਰੱਬ ਦੀ ਪ੍ਰਾਪਤੀ ਕਰਨੀ। ਪੱਤੇ ਖਾਵਾਂਗਾ, ਘਾਹ ਫੂਸ ਖਾ ਕੇ ਗੁਜ਼ਾਰਾ ਕਰਾਂਗਾ। ਚਲਾ ਗਿਆ, ਪਰ ਜਦੋਂ ਪੱਤੇ ਖਾਧੇ, ਘਾਹ ਫੂਸ ਚੱਬਿਆ ਤੇ ਉਹਦਾ ਹੀ ਹੰਕਾਰ ਕਰ ਲਿਆ ਵੀ ਮੇਰੇ ਵਰਗਾ ਤਿਆਗੀ ਕੌਣ ਹੈ। ਮੈਂ ਪਰਿਵਾਰ ਛੱਡ ਕੇ, ਪ੍ਰਸ਼ਾਦਾ ਛੱਡ ਕੇ ਜੰਗਲ ਵਿੱਚ ਬਨਵਾਸੀ ਹੋ ਕੇ ਬੈਠਾ ਹਾਂ ਰੱਬ ਦੀ ਪ੍ਰਾਪਤੀ ਲਈ। ਜਿਹਨੂੰ ਛੱਡਣਾ ਸੀ ਉਹ ਤਿਆਗਿਆ ਹੀ ਨਾ। ਨਾ ਕਾਮ, ਨਾ ਕ੍ਰੋਧ, ਨਾ ਲੋਭ, ਨਾ ਹੰਕਾਰ, ਇਹ ਛੱਡੇ ਹੀ ਨਾ। ਭੁੱਖ ਦਾ ਤਾਂ ਮੋਹ ਅਜੇ ਵੀ ਪੂਰਾ ਹੈ। ਜਦੋਂ ਭੁੱਖ ਲੱਗਦੀ, ਪ੍ਰਸ਼ਾਦਾ ਨਾ ਸਹੀ, ਪੱਤੇ ਤਾਂ ਖਾ ਹੀ ਰਿਹਾ, ਅਜੇ ਵੀ ਉਸੇ ਵੇਲੇ ਚੱਬਦਾ ਹੈ। ਇਸ ਕਰਕੇ ਘਰ-ਬਾਰ ਛੱਡ ਕੇ ਜੰਗਲ ਵਿੱਚ ਜਾ ਕੇ ਰੱਬ ਦੀ ਪ੍ਰਾਪਤੀ ਕਰਨ ਵਾਲਾ। ਮਹਾਰਾਜ ਕਹਿੰਦੇ ਆਪਨੜੈ ਘਰ ਹਰ, ਤੇਰੇ ਆਪਣੇ ਘਰ ਦੇ ਅੰਦਰ ਉਹ ਹਰੀ ਪਰਮੇਸ਼ਰ ਬੈਠਾ ਹੋਇਆ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਨ। ਕਿਤੇ ਦੂਰ ਥੋੜਾ ਪਰਮੇਸ਼ਰ। ਮਨ ਤੂੰ ਜੋਤ ਸਰੂਪ ਹੈ, ਤੂੰ ਉਸ ਪਰਮੇਸ਼ਰ ਦਾ ਜੋਤ ਸਰੂਪ ਹੈ। ਮਹਾਰਾਜ ਜੀ ਦਾ ਵਾਸਾ ਸਾਡੇ ਹਿਰਦਿਆਂ ਦੇ ਵਿੱਚ ਹੈ। ਸਾਰ ਕਿਤਾਵਲੀ ਦੇ ਵਿਦਵਾਨ ਨੂੰ ਉਹਦਾ ਵਿਦਿਆਰਥੀ, ਉਹਦਾ ਸ਼ਿਸ਼ ਕਹਿੰਦਾ ਵੀ ਜੇ ਰੱਬ ਸਾਰਿਆਂ ਦੇ ਵਿੱਚ ਹੈ ਤੇ ਫਿਰ ਉਹ ਲੋਕ ਜਿਹੜੇ ਨੇ ਪਾਪ ਕਰ ਰਹੇ, ਉਹ ਕਿਉਂ ਪਾਪ ਕਰਦੇ? ਉਹਨਾਂ ਨੂੰ ਰੱਬ ਦਾ ਡਰ ਨਹੀਂ ਆਉਂਦਾ ਹੈ, ਮਾੜਾ ਕੰਮ ਕਿਉਂ ਕਰਦੇ ਹਨ? ਤਾਂ ਉਹਨੇ ਜਵਾਬ ਦਿੱਤਾ ਵੀ ਰੱਬ ਹੈਗਾ ਸਾਰਿਆਂ ਦੇ ਹਿਰਦਿਆਂ ਵਿੱਚ। ਜਿੰਨੀ ਵੀ ਸੰਸਾਰ ਦੀ ਇਹ ਕਾਇਨਾਤ ਵਿੱਚ ਲੋਕ ਵਸਦੇ ਹੈ ਨਾ, ਸਭ ਦੇ ਹਿਰਦਿਆਂ ਵਿੱਚ ਹੈ। ਜਿਹੜੇ ਗੁਰਮੁਖ ਨੇ ਨਾ, ਬਾਣੀ ਨਾਲ ਜੁੜੇ ਹੋਏ ਹੈ, ਨਿਤਨੇਮੀ ਹਨ,
ਧਰਮ ਨਾਲ ਧਰਮੀ ਬੰਦੇ ਜਿਹੜੇ ਜੁੜੇ ਹੋਏ ਉਹ ਰੱਬ ਨੂੰ ਸਾਖਿਆਤਕਾਰ ਕਰ ਲੈਂਦੇ ਹਨ, ਪ੍ਰਗਟ ਕਰ ਲੈਂਦੇ, ਵੇਖ ਲੈਂਦੇ ਹਨ। ਉਹ ਮਹਿਸੂਸ ਕਰ ਲੈਂਦੇ ਹੈ ਵੀ ਪਰਮੇਸ਼ਰ ਸਾਡੇ ਅੰਦਰ ਹੈ, ਮਾੜਾ ਕੰਮ ਨਹੀਂ ਕਰਨਾ, ਰੱਬ ਦਾ ਭੈ ਮੰਨਦੇ ਹੈ। ਜਿਹੜਾ ਬੰਦਾ ਪਾਪ ਕਰੀ ਜਾਂਦਾ ਉੱਥੇ ਸ਼ੰਕਾ ਨਾ ਕਰਿਓ ਵੀ ਰੱਬ ਇਹਦੇ ਵਿੱਚ ਹੈ ਨਹੀਂ, ਰੱਬ ਜ਼ਰੂਰ ਹੈਗਾ, ਪਰ ਉਹਨੇ ਰੱਬ ਨੂੰ ਮਹਿਸੂਸ ਹੀ ਨਹੀਂ ਕੀਤਾ, ਵੇਖਿਆ ਨਹੀਂ ਹੈ, ਸਾਖਿਆਤਕਾਰ ਨਹੀਂ ਕੀਤਾ, ਕੋਈ ਸਾਧਨਾ ਕਰਕੇ, ਕੋਈ ਬੰਦਗੀ ਕਮਾਈ ਕਰਕੇ। ਇਸ ਕਰਕੇ ਉਸ ਪਰਮੇਸ਼ਰ ਨੂੰ ਅੰਦਰੋਂ ਹੁੰਦੇ ਹੋਏ ਨੂੰ ਦੂਰ ਕਰਕੇ ਬੈਠੇ ਹੋਏ ਬਾਹਰ ਭਾਲ ਕਰਦੇ ਹਾਂ ਵੀ ਬਾਹਰੋਂ ਕਿਤੋਂ ਲੱਭ ਜਾਵੇ। ਯਾਦ ਰੱਖੋ, ਜਦੋਂ ਪ੍ਰਾਪਤੀ ਹੋਵੇਗੀ ਆਪਣੇ ਹਿਰਦੇ ਦੇ ਵਿੱਚੋਂ, ਘਟ ਵਿੱਚੋਂ ਹੀ ਹੋਵੇਗੀ, ਅੰਦਰੋਂ ਹੀ ਖੋਜੋਗੇ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਆਪਣਾ ਹਿਰਦਾ ਖੋਜਿਆ ਕਰੋ, ਇਹ ਵਿਚਾਰ ਰੱਖਿਆ ਕਰੋ, ਬਾਣੀ ਪੜ੍ਹ ਕੇ ਨਿਤਨੇਮ ਕਰਿਆ ਕਰੋ ਔਰ ਆਪਣੇ ਅੰਦਰ ਝਾਤ ਮਾਰਿਆ ਕਰੀਏ, ਪਰਮੇਸ਼ਰ ਸਾਡੇ ਨਾਲ ਹੈ। ਸਦਾ ਅੰਗ ਸੰਗੇ ਅਭੰਗੰ ਬੇਪੂਤੇ। ਉਹ ਤਾਂ ਵਸਦਾ, ਉਹ ਕਿਤੇ ਦੂਰ ਥੋੜਾ ਹੈ। ਮੈਂ ਆਪ ਜੀ ਨੂੰ ਅਰਜ਼ ਕਰਾਂ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਦਰਬਾਰ ਦੇ ਆਪ ਜੀ ਨੇ ਦਰਸ਼ਨ ਕੀਤੇ ਨੇ, ਸਰੋਵਰ ਦੇ ਇਸ਼ਨਾਨ ਕੀਤੇ ਹਨ। ਅਰਦਾਸ ਬੇਨਤੀ ਤੁਸੀਂ ਕੀਤੀ ਹੈ, ਸਤਿਗੁਰਾਂ ਦੇ ਪਾਕ ਸਥਾਨ ਤੇ ਬੈਠੇ ਹੋਏ ਸਜੇ ਹੋਏ ਹੋ, ਇੰਨਾ ਕੁ ਭਰੋਸਾ ਰੱਖਿਓ ਗੁਰਸਿੱਖੋ। ਇਹਨੂੰ ਭਾਵੇਂ ਪ੍ਰਤਿਆਈ ਹੋਈ ਗੱਲ ਕਹਿ ਲਓ, ਧੰਨ ਗੁਰੂ ਰਾਮਦਾਸ ਮਹਾਰਾਜ ਐਸੇ ਸਤਿਗੁਰੂ ਨੇ, ਜਦੋਂ ਕੋਈ ਗੁਰਸਿੱਖ ਗਲ ਵਿੱਚ ਪੱਲਾ ਪਾ ਕੇ ਅਰਦਾਸ ਕਰਦਾ ਨਾ, ਹਿਰਦੇ ਤੋਂ ਝੁਕਾ ਬਣਾ ਕੇ ਅੰਦਰੋਂ ਕੋਈ ਬੇਨਤੀ ਕਰਦਾ, ਤੇ ਪ੍ਰਤਿਆਈ ਹੋਈ ਗੱਲ ਕਹਿ ਲਓ, ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸਾਹਮਣੇ ਖੜ ਕੇ ਸੁਣਦੇ ਐ, ਸੁਣਾ ਤੈਨੂੰ ਕੀ ਦੁੱਖ ਹੈ। ਟੁੱਟਣ ਨਹੀਂ ਦਿੰਦੇ, ਡਿੱਗਣ ਨਹੀਂ ਦਿੰਦੇ ਹਨ। ਬੇਨਤੀ ਕਰਨ ਵਾਲਾ ਹੋਣਾ ਚਾਹੀਦਾ। ਇਹ ਨਹੀਂ ਵੀ ਮੈਂ ਕਈ ਵਾਰੀ ਬੇਨਤੀ ਕਰਦਾ ਸੰਗਤ ਵਿੱਚ ਵੀ ਰਸਨਾ ਬੋਲੀ ਜਾਵੇ, ਹੱਥ ਜੁੜੇ ਹੋਣ ਤੇ ਅੰਦਰ ਕੋਈ ਭਾਵਨਾ ਨਹੀਂ। ਅੱਗੇ ਉਪਦੇਸ਼ ਵੀ ਮਹਾਰਾਜ ਬਖਸ਼ ਰਹੇ ਆ, ਅੰਦਰ ਕੋਈ ਪ੍ਰੇਮ ਨਹੀਂ, ਹਿਰਦੇ ਤੋਂ ਕੋਈ ਪੁਕਾਰ ਨਹੀਂ। ਖੁਦਾ ਮਨਜ਼ੂਰ ਕਰਤਾ ਹੈ, दुआ जब दिल से होती है, मुश्किल तो यही है, मुश्किल से होती है। परमेश्वर दे घर विच कीती हुई अर्ज मंजूर हो जाती है जदों हिरदे तो करिए। सच्ची धन गुरु रामदास महाराज इन्ने क प्रतख ने, इन्ने क हाजर ने, जदों गल विच पल्लू पा के हथ जोड़ के अंदरों अरदास करोगे ना, झोके महाराज डिठे सभे थाव नहीं तुद जेहिया, बदहो पुरख विधाता ता तू सोहिया। सतगुरु महाराज वसदी सगने अपार अनूप रामदास पुर, हर हा नानक कसमल जाहे, नाये रामदास सर। सगल द्वार को छाड़ के गहियो तुहारो द्वार, बाहे गहे की लाज अस, गोबिंद दास तुहार। पाए गहे जब ते तुमरे तब ते को आँख तरे नहीं आन्यो, राम रहीम पुराण कुरान अनेक है मत एक न मान्यो। सिमरत शास्त्र वेद सबै बहु भेद कह हम एक न जान्यो, श्री अस्पान कृपा तुमरी कर, मैं ना कहयो सब तोहे बखान्यो। सारा कुछ छड्ड के, संसार दे दर नूं छड्ड के, संसार दी भटकना नूं छड्ड के ते अंदरों झुका बना के, ये क्यों महाराज तेरे बिना साडा कोई नहीं। किसी ही कोई कोए मंझ निमाणी एक तू। किसे नूं होवेगा मड़ी दा, कबर दा, किसे पीर फकीर दा आसरा। मैं निमाणा गुरसिख हाँ, सेवक आप जी दे चरनां दा। सतगुरु तुहाडे चरनां तो बिना कोई ओट नहीं, कोई आसरा नहीं। जदों ये हिरदे तो अर्ज करोगे ते प्रत्या के वेखियो, गुरु रामदास महाराज हाजिर हो के सुनगे भी सिख बेनती करदा की बिपता है, की तकलीफ है। बस भरोसा रखियो, दृढ़ता रखियो, विश्वास रखियो। सतगुरु महाराज कहते हो तां तेरे नाल है, आपन ड़ै घर हर
ਤੇਰੇ ਆਪਣੇ ਘਰ ਦੇ ਵਿੱਚ ਉਹ ਹਰੀ ਪਰਮੇਸ਼ਰ ਵਸਿਆ ਹੋਇਆ, ਬੈਠਾ ਹੋਇਆ, ਸਜਿਆ ਹੋਇਆ ਹੈ। ਰੰਗੋ ਕੀ ਨਾ ਮਾਣੇ, ਤੂੰ ਹੈ ਵੀ ਪਦਾਰਥਾਂ ਦੇ ਆਨੰਦ ਵਿੱਚ ਉਲਝ ਕੇ ਪਰਮੇਸ਼ਰ ਦੇ ਰੰਗੋ ਦਾ ਭਾਵ ਆਨੰਦ ਨੂੰ ਮਾਣਦਾ ਹੀ ਨਹੀਂ। ਜੋ ਪਰਮੇਸ਼ਰ ਦੇ ਆਨੰਦ ਦੀ ਪ੍ਰਾਪਤੀ ਦਾ ਆਨੰਦ ਹੈ, ਖੇੜਾ ਹੈ, ਉਸ ਖੇੜੇ ਨੂੰ ਅਸੀਂ ਜਾਣ-ਬੁੱਝ ਕੇ ਨਹੀਂ ਮਾਣਦੇ ਹਾਂ। ਅਸੀਂ ਆਨੰਦ ਪਤਾ ਕਿੱਥੇ ਲੱਭਦੇ? ਸੰਸਾਰ ਦੇ ਵਿੱਚ ਜੇ ਕੋਠੀ ਚੰਗੀ ਬਣਾ ਲਈ, ਖਣੇ ਦੇ ਵਿੱਚ ਆਨੰਦ ਹੋਵੇਗਾ। ਕੋਈ ਕਾਰ, ਗੱਡੀ, ਵਸਤੂ, ਪਦਾਰਥ, ਜ਼ਮੀਨ, ਜਾਇਦਾਦ, ਚੰਗਾ ਧਨ ਜੋੜ ਲਿਆ, ਪਤਾ ਨਹੀਂ ਇਹਦੇ ਵਿੱਚ ਆਨੰਦ ਹੋਵੇਗਾ, ਇਹ ਲੱਭ ਲਓ। ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ। ਯਾਦ ਰੱਖਿਓ, ਜਿੰਨਾ ਮਰਜ਼ੀ ਸੰਸਾਰ ਵਿੱਚ ਭਟਕ ਲਓ, ਜਿੱਥੇ ਮਰਜ਼ੀ ਚਲੇ ਜਾਓ, ਆਨੰਦ ਕੇਵਲ ਔਰ ਕੇਵਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਹੈ, ਬਾਣੀ ਵਿੱਚ ਹੈ, ਹੋਰ ਕਿਤੇ ਨਹੀਂ। ਸੰਸਾਰ ਦੇ ਪਦਾਰਥਾਂ 'ਚੋਂ ਮਿਲਦਾ ਜੀ ਆਨੰਦ, ਇਹ ਵੀ ਝੂਠ ਨਹੀਂ, ਮਿਲਦਾ ਹੈ, ਪਰ ਕੁਝ ਸਮੇਂ ਦੇ ਲਈ ਮਿਲਦਾ ਹੈ। ਜਬ ਕਛ ਪਾਵੈ ਤਬ ਗਰਬ ਕਰਤ ਹੈ। ਉਹ ਸੰਸਾਰ ਦੇ ਪਦਾਰਥ ਹੈ ਹੀ ਇੱਦਾਂ ਦੇ, ਜਦੋਂ ਬੰਦੇ ਕੋਲ ਆ ਜਾਂਦੇ ਹੈ ਬੰਦਾ ਹੰਕਾਰੀ ਹੋ ਜਾਂਦਾ ਹੈ। ਮਾਇਆ ਗਈ ਤਬ ਰੋਵਨ ਲਗਤ ਹੈ, ਜਦੋਂ ਚਲੇ ਜਾਂਦੇ ਫਿਰ ਰੋਣਾ ਸ਼ੁਰੂ ਕਰ ਦਿੰਦਾ, ਫਿਰ ਤਕਲੀਫ ਵਿੱਚ ਹੋ ਜਾਂਦਾ ਹੈ। ਨਾ ਉਹਦੇ ਆਏ ਨੇ ਸੁੱਖ ਦਿੱਤਾ ਤੇ ਨਾ ਜਾਣ ਲੱਗਿਆ ਸੁੱਖ ਦਿੱਤਾ। ਆਨੰਦ ਤਾਂ ਦਿੱਤਾ ਪਰ ਉਹ ਵਿੱਚ ਵਿਚਾਲੇ ਫਸਾ ਗਿਆ। ਪਰਮੇਸ਼ਰ ਦੀ ਬਾਣੀ ਦਾ, ਰੱਬ ਦੇ ਨਾਮ ਦਾ ਆਨੰਦ ਇਹੋ ਜਿਹਾ, ਜਦੋਂ ਇੱਕ ਵਾਰੀ ਬਾਣੀ ਵਿੱਚੋਂ ਆਨੰਦ ਆਉਣ ਲੱਗ ਪਿਆ, ਫਿਰ ਓੜਕ ਤੱਕ ਉਹ ਆਨੰਦ ਨਾਲ ਨਿਭਦਾ ਹੈ ਤੇ ਇੰਨਾ ਆਨੰਦ ਬਣਦਾ ਪਰਲੋਕ ਤੱਕ ਬਾਂਹ ਨਹੀਂ ਛੱਡਦਾ ਹੈ। ਫਿਰ ਉੱਥੇ ਵੀ ਰੇ ਦਰਗਹ ਹੈ, ਕਹੈ ਨਾ ਕੋ, ਆਓ ਬੈਠ ਆਦਰ ਸੁਭ ਦੇਉ। ਉੱਥੇ ਵੀ ਇਹ ਆਨੰਦ ਹੈ, ਥਾਂ ਮਿਲ ਜਾਂਦੀ ਹੈ। ਇਸ ਕਰਕੇ ਰੰਗੋ ਕੀ ਨਾ ਮਾਣੇ, ਤੂੰ ਕਿਉਂ ਨਹੀਂ ਉਸ ਪਰਮੇਸ਼ਰ ਦੇ ਨਾਮ ਦੇ ਆਨੰਦ ਨੂੰ ਮਾਣਦਾ? ਕਿਉਂ ਨਹੀਂ ਉਸ ਬੰਦਗੀ ਨੂੰ ਕਰਕੇ, ਸੇਵਾ ਕਰਕੇ, ਸਿਮਰਨ ਕਰਕੇ, ਕਿਉਂ ਉਸ ਆਨੰਦ ਖੇੜੇ ਵਿੱਚ ਨਹੀਂ ਰਹਿੰਦਾ ਹੈ? ਸਹੁ ਨੇੜਾ ਤਨ ਕਮਲੀਏ, ਬਾਹਰ ਕਿਆ ਢੂੰਡੇ। ਸਹੁ ਤਾਂ ਤੇਰੇ ਨੇੜੇ ਹੈ। ਜਿਵੇਂ ਇੱਕ ਵਿਆਹੀ ਬੀਬੀ ਕਹੀ ਜਾਵੇ ਮੇਰਾ ਪਤੀ ਦੂਰ ਹੈ, ਨਹੀਂ, ਪਤੀ ਤਾਂ ਨੇੜੇ ਆ ਉਹਦੇ। ਹੁਣ ਉਹ ਉਸ ਦੇ ਕਰਮ ਨੇ ਵੀ ਜੇ ਪਤੀ ਦਾ ਕਹਿਣਾ ਹੀ ਨਾ ਮੰਨੇ, ਜੇ ਪਤੀ ਦੀ ਆਗਿਆਕਾਰ ਹੀ ਨਾ ਹੋਵੇ, ਜੇ ਪਤੀ ਦੇ ਕਹਿਣੇ ਵਿੱਚ ਚੱਲੇ ਨਾ, ਮਰਿਆਦਾ ਤੋਂ ਬਾਹਰ ਜਾਵੇ, ਤਾਂ ਫਿਰ ਉਹ ਪਤੀ ਉਹਦੇ ਨਾਲ ਪ੍ਰੇਮ ਨਹੀਂ ਰੱਖਦਾ ਹੈ। ਫਿਰ ਉਹ ਦੂਰ ਹੁੰਦਿਆਂ ਹੋਇਆਂ ਵੀ ਨੇੜੇ ਹੁੰਦਿਆਂ ਹੋਇਆਂ ਵੀ ਦੂਰ ਹੈ। ਤੇ ਜੇ ਬੀਬੀ ਪਤੀਬ੍ਰਤਾ ਇਸਤਰੀ ਵਿੱਚ ਪਰਪੱਕ ਰਹੇ ਕਿ ਪਤੀ ਨੂੰ ਪਰਮੇਸ਼ਰ ਜਾਣ ਕੇ, ਪਤੀ ਦਾ ਹੁਕਮ ਜਾਣੇ, ਹੁਕਮ ਨੂੰ ਮੰਨੇ, ਆਗਿਆਕਾਰ ਹੋਵੇ, ਤੇ ਫਿਰ ਪਤੀ ਜਿਹੜਾ ਹੈ ਉਹ ਵੀ ਪਤਨੀ ਦਾ ਸਤਿਕਾਰ ਕਰਦਾ, ਪ੍ਰੇਮ ਰੱਖਦਾ ਹੈ, ਇੱਜ਼ਤ ਦਿੰਦਾ ਹੈ। ਇਸ ਕਰਕੇ ਇਹ ਮਤਾ ਖਿਆਲ ਕਰਿਓ, ਅਸੀਂ ਜਗਿਆਸੂ ਰੂਪ ਇਸਤਰੀਆਂ ਹਾਂ। ਇਹ ਨਾ ਸੋਚਿਓ ਸਾਡਾ ਕੰਤ, ਸਾਡਾ ਪਤੀ ਸਾਡੇ ਕੋਲ ਨਹੀਂ, ਕੋਲ ਹੈ, ਪਰ ਅਸੀਂ ਉਹਦੇ ਕਹਿਣੇ ਵਿੱਚ ਨਹੀਂ ਹਾਂ, ਅਸੀਂ ਉਹਦੇ ਹੁਕਮ ਤੋਂ ਬਾਹਰ ਜਾ ਕੇ ਉਹਦੇ ਹੁਕਮ ਦੀ ਉਲੰਘਣਾ ਕਰ ਰਹੇ ਹਾਂ। ਉਹ ਕਹਿੰਦਾ ਨਾਮ ਜਪਿਆ ਕਰੋ, ਅਸੀਂ ਜਪਦੇ ਨਹੀਂ। ਉਹਨੇ ਕਿਹਾ ਸੇਵਾ ਕਰ, ਅਸੀਂ ਉਹ ਵੀ ਨਹੀਂ ਕੀਤੀ। ਉਹਨੇ ਕਿਹਾ ਵੀ ਮੇਰੇ ਹੁਕਮ ਵਿੱਚ ਰਹਿ ਕੇ ਕੋਈ ਮਰਿਆਦਾ ਤੋਂ ਬਾਹਰ ਨਾ ਜਾਈਂ, ਅਸੀਂ ਆਖਿਆ ਨਹੀਂ, ਅਸੀਂ ਜਾਵਾਂਗੇ। ਅੰਮ੍ਰਿਤ ਛਕ ਲੈ, ਨਹੀਂ, ਅਸੀਂ ਨਹੀਂ ਛਕਣਾ ਹੈ। ਗੁਰੂ ਘਰ ਸਤ ਸੰਗਤ ਵਿੱਚ ਆਇਆ ਕਰ, ਅਸੀਂ ਮਨਾ ਕਰ ਦਿੱਤਾ, ਅਸੀਂ ਨਹੀਂ ਆਏ। ਹੁਕਮ ਤਾਂ ਉਹਦਾ ਇੱਕ ਨਹੀਂ ਜਾਣਿਆ, ਇੱਕ ਵੀ ਨਹੀਂ ਮੰਨਿਆ, ਉਲੰਘਣਾ ਕੀਤੀ, ਤੋਹੀਨ ਕੀਤੀ, ਤੇ ਫਿਰ ਉਹ ਸਾਨੂੰ ਨੇੜਿਓਂ ਕਿੱਥੋਂ ਨਜ਼ਰ ਆ ਜਾਵੇ। ਇਸ ਲਈ ਉਹਦੇ ਹੁਕਮ ਦੀ ਪਾਲਣਾ ਕਰਿਆ ਕਰ। ਸਹੁ ਨੇੜੇ ਧਨ ਕਮਲੀਏ, ਪਤੀ ਤੇਰੇ ਕੋਲ ਹੈ। ਹੇ ਇਸਤਰੀ ਰੂਪ, ਜੀਵ ਰੂਪੀ ਇਸਤਰੀ, ਉਹ ਪਤੀ ਪਰਮੇਸ਼ਰ ਤੇਰੇ ਕੋਲ ਹੈ। ਬਾਹਰ ਕਿਆ ਢੂੰਡੇ, ਤੂੰ ਬਾਹਰ ਕਿਉਂ ਢੂੰਡੇ ਦਾ ਮਤਲਬ ਲੱਭਦੀ ਫਿਰਦੀ ਹੈ। ਭਾਗੀਆ ਦੇਹ ਸੁਲਾਈਆ ਨੈਣੀ, ਭਾਵ ਕਾ ਕਰ ਸੀਗਾਰੂ। ਸੰਸਾਰ ਦੀ ਬੀਬੀ
ਆਪਣੇ ਸਰੀਰ ਤੇ ਸ਼ਿੰਗਾਰ ਕਰਦੀ ਹੈ ਸੰਸਾਰੀ ਇਸਤਰੀ, ਪਤੀ ਨੂੰ ਖੁਸ਼ ਕਰਨ ਦੇ ਲਈ ਵੀ ਮੇਰਾ ਪਤੀ ਪ੍ਰਸੰਨ ਹੋਵੇ। ਸੰਸਾਰ ਦੀ ਰੀਤ ਇਹੋ ਜਿਹੀ ਹੈ। ਉਹ ਕੀ ਕਰਦੀ, ਇੱਕ ਸੁਰਮਾ ਲੈ ਕੇ ਸੁਰਮੇਦਾਨੀ ਵਿੱਚੋਂ ਸੁਰਮਾ ਲੈਂਦੀ, ਸਲਾਈਆਂ ਭਰ ਕੇ ਨੇਤਰਾਂ ਵਿੱਚ ਪਾਉਂਦੀ ਹੈ, ਅੱਖਾਂ ਵਿੱਚ ਸੁਰਮਾ ਪਾਉਂਦੀ ਔਰ ਕੰਨਾਂ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਗਹਿਣੇ ਗੱਟੇ ਹੋਰ ਹਾਰ ਸ਼ਿੰਗਾਰ ਪਾਉਂਦੀ ਹੈ। ਮਹਾਰਾਜ ਇੱਥੇ ਕਹਿੰਦੇ ਤੂੰ ਵੀ ਸ਼ਿੰਗਾਰ ਕਰਿਆ ਕਰ, ਪਰ ਕਿਹੜਾ? ਧਿਆਨ ਨਾਲ ਸੁਣਿਓ। ਭੈ ਕੀਆ ਦੇਹ ਸਲਾਈਆ ਨੈਣੀ। ਸ਼ਰਧਾ ਤੇ ਭਾਵਨਾ ਰੂਪੀ ਪਰਮੇਸ਼ਰ ਤੇ ਜੋ ਸ਼ਰਧਾ ਰੱਖਣੀ, ਉਹ ਸੁਰਮਾ ਲੈ ਕੇ ਨਾ ਸੁਰਮੇਦਾਨੀ ਪਰਮੇਸ਼ਰ ਦੇ ਹੁਕਮ ਰੂਪੀ ਸਲਾਈਆਂ ਲੈ ਕੇ ਪਰਮੇਸ਼ਰ ਦੇ ਭੈ ਵਿੱਚ ਚੱਲਣਾ ਨੂੰ ਹਾਜ਼ਰ ਜਾਣ ਕੇ ਉਹਦੇ ਭੈ ਵਿੱਚ ਰਹਿਣ ਰੂਪੀ ਜਿਹੜੀਆਂ ਸਲਾਈਆਂ ਨੇ ਨਾ, ਮਨ ਤੇ ਬੁੱਧੀ ਰੂਪੀ ਨੇਤਰਾਂ ਵਿੱਚ ਪਾਉਣਾ ਕਰ। ਮਨ ਔਰ ਬੁੱਧੀ ਸਾਡੇ ਦੋ ਨੇਤਰ ਨੇ, ਇਹਨਾਂ ਦੋਵਾਂ ਨੇਤਰਾਂ ਵਿੱਚ ਪਰਮੇਸ਼ਰ ਦੇ ਭੈ ਰੂਪੀ ਸੁਰਮੇ ਦੀਆਂ ਸਲਾਈਆਂ ਪਾ। ਭਾਵ ਉਹਦੇ ਹੁਕਮ ਵਿੱਚ ਰਹਿਣਾ ਕਰ। ਭੈ ਕੀਆ ਦੇ ਸਲਾਈਆ ਨੈਣੀ, ਭਾਵ ਕਾ ਕਰ ਸਿਗਾਰੋ। ਭਾਵ ਦਾ ਅਰਥ ਹੈ ਇੱਥੇ ਪ੍ਰੇਮ, ਔਰ ਪਰਮੇਸ਼ਰ ਨਾਲ ਪ੍ਰੇਮ ਕਰਨ ਰੂਪੀ ਸ਼ਿੰਗਾਰ, ਹਾਰ ਸ਼ਿੰਗਾਰ ਲਾਉਣਾ ਕਰ। ਆ ਸੁਹਾਗਣ ਜਾਣੀਆਂ ਲਾਗੀ, ਜਾ ਸਹੋਦਰੇ ਪਿਆਰੋ। ਮਹਾਰਾਜ ਕਹਿੰਦੇ ਤਾਂ ਫਿਰ ਇਹ ਸੁਹਾਗਣ ਜਾਣੀ ਜਾਵੇਗੀ ਕਦੋਂ? ਅਨਵੇਂ ਕਰਕੇ ਅਰਥ ਲੱਗਦਾ, ਜਾ ਸਹੋ ਧਰੇ ਪਿਆਰੋ, ਤਾਂ ਸੁਹਾਗਣ ਜਾਣੀਏ ਲਾਗੀ। ਜੇ ਉਹ ਸਹੋ ਪਤੀ ਪਰਮੇਸ਼ਰ ਇਸ ਜੀਵ ਰੂਪੀ ਇਸਤਰੀ ਨਾਲ ਪ੍ਰੇਮ ਕਰੇ ਤਾਂ ਇਹ ਸੁਹਾਗਵੰਤੀ ਜਾਣੀ ਜਾਂਦੀ ਹੈ। ਜਿਹਦੀ ਬੀਬੀ ਦਾ ਪਤੀ ਉਹਨੂੰ ਬੁਲਾਵੇ ਹੀ ਨਾ, ਇੱਜ਼ਤ ਮਾਣ ਹੀ ਨਾ ਦਵੇ, ਉਹਦੀ ਬਾਤ ਹੀ ਨਾ ਪੁੱਛੇ, ਉਹ ਕਾਹਦੀ ਸੁਹਾਗਵੰਤੀ ਹੈ? ਸੁਹਾਗਣ ਹੁੰਦਿਆਂ ਹੋਇਆਂ ਵੀ ਦੁਹਾਗਣ ਹੋ ਜਾਂਦੀ ਉਹ। ਇਸੇ ਪ੍ਰਕਾਰ ਜੇ ਪਤੀ ਪਰਮੇਸ਼ਰ ਪੁੱਛਦਾ ਨਾ ਬਾਤ, ਹਾਲ ਪੁੱਛਦਾ, ਜੇ ਰੱਬ ਤੇਰੇ ਨਾਲ ਗੱਲਾਂ ਕਰਦਾ ਤੇਰੇ ਕੋਲ ਹੈ ਤਾਂ ਤੂੰ ਸੁਹਾਗਣ ਜਾਣੀ ਜਾਵੇਂਗੀ। ਜਾਂ ਫਿਰ ਜੇ ਤੂੰ ਪਤੀ ਪਰਮੇਸ਼ਰ ਨਾਲ ਪ੍ਰੇਮ ਕਰਦੀ, ਰੱਬ ਦਾ ਨਾਮ ਜਪਦੀ, ਤਾਂ ਫਿਰ ਸੁਹਾਗਣ ਜਾਣੀ ਜਾਵੇਂਗੀ, ਲੱਗੀ ਜਾਣੇਗੀ ਉਸ ਦੇ ਨਾਲ। ਇਹ ਆਣੀ ਬਾਲੀ ਕਿਆ ਕਰੇ, ਜਾ ਧਨ ਕੰਤ ਨਾ ਭਾਵਾ। ਮਹਾਰਾਜ ਕਹਿੰਦੇ ਨਾਮ ਤੋਂ, ਬਾਣੀ ਤੋਂ, ਅਗਿਆਨ ਦੇ ਵਿੱਚ ਵੱਜੀ ਹੋਈ ਗਿਆਨ ਤੋਂ ਹੀਣੀ ਇਆਣੀ ਬਾਲੀ, ਬਾਲਕ ਅਵਸਥਾ ਹੈ ਇਸ ਦੀ। ਕਿਆ ਕਰੇ, ਕੀ ਕਰ ਸਕਦੀ ਇਹ? ਜਾ ਧਨ ਕੰਤ ਨਾ ਭਾਵੈ। ਜੇ ਉਹ ਕੰਤ ਨੂੰ ਤੂੰ ਭਾਉਂਦੀ ਨਹੀਂ ਤਾਂ ਲੱਖ ਚਤੁਰਾਈਆਂ ਚੱਕੀ ਫਿਰ ਕਿਸੇ ਕੰਮ ਦੀਆਂ ਨਹੀਂ ਹਨ। ਕਰਨ ਪਲਾਹ ਕਰੇ ਬਹੁ ਤੇਰੇ, ਸਾ ਧਨ ਮਹਿਲ ਨਾ ਪਾਵਾ। ਬੜੇ ਕਰਨ ਪੁਲਾਹ, ਬਹੁਤ ਤਰੀਕਿਆਂ ਦੇ ਮਹਾਰਾਜ ਕਹਿੰਦੇ ਯਤਨ ਕਰ, ਬੜੇ ਤਰੀਕਿਆਂ ਦੀ ਚਤੁਰਾਈ, ਬੜੀ ਚਾਤੁਰਤਾ ਅਸੀਂ ਵਰਤਦੇ ਹਾਂ ਵੀ ਪਤਾ ਨਹੀਂ ਇਸ ਚਤੁਰਾਈ ਦੇ ਨਾਲ ਅਸੀਂ ਨੇੜੇ ਹੋ ਜਾਵਾਂਗੇ ਜਾਂ ਲੋਕਾਂ ਦੇ ਵਿੱਚ ਸਾਡੀ ਵਡਿਆਈ ਹੋ ਜਾਵੇਗੀ। ਮਹਾਰਾਜ ਕਹਿੰਦੇ ਜਿੰਨੀਆਂ ਮਰਜ਼ੀ ਚਤੁਰਾਈਆਂ ਤੇ ਅਕਲਾਂ ਵਰਤ ਲੈ, ਜੇ ਕਰਕੇ ਉਹ ਪਰਮੇਸ਼ਰ ਨਹੀਂ ਨਾ ਤੇਰੇ ਨਾਲ ਤਾਂ ਫਿਰ ਕੁਝ ਨਹੀਂ ਹੈ। ਕਰਨ ਭਲਾ ਕਰੇ ਬਹੁ ਤੇਰੇ, ਬਹੁਤੇ ਜ਼ਿਆਦਾ ਯਤਨ ਕਰਦੀ, ਅਕਲ ਵਰਤਦੀ, ਸਾ ਧਨ ਮਹਿਲ ਨਾ ਪਾਵੇ। ਜੇ ਜ਼ਿਆਦਾ ਚਤੁਰਾਈਆਂ ਕਰੋਗੇ, ਯਾਦ ਰੱਖਿਓ ਚਤੁਰਾਈਆਂ ਇੱਥੇ ਰਹਿ ਜਾਣਗੀਆਂ, ਪਰਮੇਸ਼ਰ ਦੇ ਚਰਨਾ ਰੂਪੀ ਮਹੱਲ ਦੀ ਪ੍ਰਾਪਤੀ ਨਹੀਂ ਹੋਵੇਗੀ, ਉਹਦੇ ਨਾਲ ਮਿਲਾਪ ਨਹੀਂ ਹੋਵੇਗਾ। ਫਿਰ ਵਿਣ ਕਰਮਾ ਕਿਛ ਪਾਈਆ ਨਾਹੀ, ਜੇ ਬਹੁ ਤੇਰਾ ਧਾਵਾ। ਬਿਨ ਸ਼ੁਭ ਕਰਮਾਂ ਤੋਂ, ਸੇਵਾ ਸਿਮਰਨ ਰੂਪੀ ਕਰਮਾਂ ਤੋਂ ਬਿਨਾ, ਜਾਂ ਕਰਮਾਂ ਦਾ ਅਰਥ ਹੈ ਬਖਸ਼ਿਸ਼, ਬਿਨਾ ਉਸ ਪਰਮੇਸ਼ਰ ਦੀ ਬਖਸ਼ਿਸ਼ ਕਰਮਾ ਕਿਰਪਾ ਤੋਂ ਬਿਨਾ ਕਿਛ ਪਾਈਏ ਨਾਹੀ, ਕੁਝ ਵੀ ਪ੍ਰਾਪਤ ਨਹੀਂ ਹੋਵੇਗਾ। ਜੇ ਬਹੁ ਤੇਰਾ, ਜੇ ਬਹੁਤਾ ਵੀ ਕੋਈ ਧਾਵੈ, ਭੱਜਿਆ ਫਿਰੇ, ਦੌੜਿਆ ਫਿਰੇ, ਰਹਿਮਤ ਤੋਂ ਬਿਨਾ ਕੁਝ ਨਹੀਂ ਮਿਲਦਾ। ਫਿਰ ਲਬ ਲੋਭ ਅਹੰਕਾਰ ਕੀ ਮਾਤੀ, ਮਾਇਆ ਮਾਹੇ ਸਮਾਣੀ। ਲਬ ਲਾਲਚ ਲੋਭ ਧਨ ਜੋੜਨ ਦੇ ਲਈ ਲੋਭੀ ਹੋ ਜਾਣਾ, ਅਹੰਕਾਰ ਹਉਮੈ ਰੱਖਣੀ ਮਨ ਅੰਦਰ, ਇਹਦੇ ਵਿੱਚ ਮਾਤੀ ਮਸਤ ਹੋਈ ਜਿਹੜੀ ਹੈ ਨਾ ਇਸਤਰੀ, ਮਾਇਆ ਮਾਹੇ ਸਮਾਣੀ, ਮਾਇਆ ਦੇ ਵਿੱਚ ਹੀ ਹਮੇਸ਼ਾ ਸਮਾਈ ਹੋਈ, ਲੀਨ ਹੋਈ ਰਹਿੰਦੀ ਉਸ ਦੀ ਬਿਰਤੀ। ਇਨੀ ਬਾਤੀ ਸੋਹ ਪਾਈਆ ਨਾਹੀ,
ਭਏ ਕਾਮਣ ਇਆਣੀ। ਇਹਨਾਂ ਗੱਲਾਂ ਦੇ ਨਾਲ ਸਹੋ ਦੀ ਪ੍ਰਾਪਤੀ ਨਹੀਂ ਹੁੰਦੀ, ਇਆਣੀ ਹੋ ਗਈ ਏ ਕਾਮਣ ਮੂਰਖ ਮਤ ਲੈ ਕੇ। ਜਾਏ ਪੁਛੋ ਸੁਹਾਗਣੀ ਵਾਹਾ, ਕਿਨੀ ਬਾਤੀ ਸਹੁ ਪਾਈਆ। ਸਵਾਲ ਕੀਤਾ ਵੀ ਫਿਰ ਕਿਵੇਂ ਪ੍ਰਾਪਤ ਹੁੰਦਾ, ਤਾਂ ਅੱਗੇ ਮਹਾਰਾਜ ਇੱਥੇ ਉੱਤਰ ਦੇ ਰਹੇ, ਕਹਿੰਦੇ ਜਾਏ ਪੁੱਛੋ ਸੁਹਾਗਣੀ ਵਾਹੈ। ਜਿਨ੍ਹਾਂ ਨੇ ਪ੍ਰਾਪਤੀ ਕਰ ਲਈ ਨਾ ਪਰਮੇਸ਼ਰ ਦੀ, ਉਹਨਾਂ ਸੁਹਾਗਵੰਤੀਆਂ ਨੂੰ ਜਾ ਕੇ ਪੁੱਛੋ ਵੀ ਤੁਸੀਂ ਕਿਸ ਤਰੀਕੇ ਦੇ ਨਾਲ ਰੱਬ ਦੀ ਪ੍ਰਾਪਤੀ ਕੀਤੀ ਹੈ। ਜੋ ਕਿਛ ਕਰੇ ਸੋ ਭਲਾ ਕਰ ਮਾਨੀਆ, ਹਿਕਮਤ ਹੁਕਮ ਚੁਕਾਈਆ। ਫਿਰ ਉਹ ਅੱਗੋਂ ਜਵਾਬ ਦਿੰਦੀਆਂ ਹਨ ਵੀ ਜੋ ਪਰਮੇਸ਼ਰ ਕਰੇ ਨਾ ਉਹਦੇ ਹੁਕਮ ਵਿੱਚ ਉਹਨੂੰ ਭਲਾ ਕਰਕੇ ਮੰਨੋ, ਉਹਦੇ ਹੁਕਮ ਵਿੱਚ ਰਹੋ, ਔਰ ਆਪਣੀ ਜਿਹੜੀ ਹਿਕਮਤ ਅਕਲ ਹੈ, ਤਾਕਤ ਹੈ, ਬੁੱਧੀ ਦੀ ਮੱਤ ਹੈ, ਇਹਨੂੰ ਚੁਕਾਈਏ, ਛੱਡ ਦੇਣਾ ਕਰੀਏ ਤਾਂ ਮਿਲਦਾ ਉਹ। ਜਾ ਕੈ ਪ੍ਰੇਮ ਪਦਾਰਥ ਪਾਈਆ, ਤਉ ਚਰਨੀ ਚਿਤ ਲਾਈਆ। ਜਿਸ ਪਰਮੇਸ਼ਰ ਦੇ ਪ੍ਰੇਮ ਦੇ ਵਿੱਚ ਵੱਜ ਜਾਈਏ ਨਾ, ਜੇ ਉਸ ਦੇ ਪ੍ਰੇਮ ਵਿੱਚ ਵੱਜ ਕੇ ਉਹਦੇ ਨਾਮ ਰੂਪੀ ਪਦਾਰਥ ਨੂੰ ਪ੍ਰਾਪਤ ਕਰ ਲਈਏ ਤਾਂ ਜਾ ਕੇ ਉਹਦੇ ਚਰਨਾਂ ਵਿੱਚ ਚਿੱਤ ਲੱਗਦਾ ਹੈ। ਜਾਂ ਪ੍ਰੇਮ ਪਦਾਰਥ ਤਾਂ ਪ੍ਰਾਪਤ ਹੁੰਦਾ ਜੇ ਸੁਰਤ ਲਾ ਕੇ ਉਹਦੇ ਚਰਨਾਂ ਵਿੱਚ ਚਿੱਤ ਨੂੰ ਜੋੜ ਲਈਏ। ਸਹੋ ਕਹੈ ਸੋ ਕੀਜੈ, ਤਨ ਮਨੋ ਦੀਜੈ, ਐਸਾ ਪਰਮਲ ਲਾਈਆ। ਜੋ ਸਹੋ ਕਹਿੰਦਾ, ਮਾਲਕ ਕਹਿੰਦਾ, ਉਹੀ ਕਰਨਾ ਕਰੋ। ਉਹਦੇ ਹੁਕਮ ਵਿੱਚ ਰਹਿ ਕੇ ਉਹਦੇ ਨਾਮ ਨੂੰ ਧਿਆ ਕੇ ਇਸ ਤਰ੍ਹਾਂ ਦਾ ਪਰਮਲ ਪ੍ਰੇਮ ਉਹਦੇ ਨਾਲ ਜੋੜ ਲਈਏ। ਏਵ ਕਹੇ ਸੁਹਾਗਣੀ ਭੈਣੇ, ਇਨੀ ਬਾਤੀ ਸਹੁ ਪਾਈਆ। ਇਸ ਤਰੀਕੇ ਨਾਲ ਉਹ ਜਿੰਨਾ ਪ੍ਰਾਪਤ ਕਰ ਲਿਆ, ਉਹ ਸਾਧੂ ਮਹਾਂਪੁਰਖਾਂ ਰੂਪੀ ਇਸਤਰੀਆਂ ਇਹ ਦੱਸਦੀਆਂ ਇਸ ਤਰ੍ਹਾਂ, ਹੈ ਭੈਣੇ ਉਸ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਆਪ ਗਵਾਈਆ ਤਾ ਸਹੁ ਪਾਈਆ, ਔਰ ਕੈਸੀ ਚਤੁਰਾਈ। ਜੇ ਆਪਾ ਭਾਵ ਮਿਟਾ ਲਈਏ ਨਾ, ਯਾਦ ਰੱਖਿਓ ਜਿੰਨਾ ਚਿਰ ਬਾਣੀ ਪੜ੍ਹਦੇ ਹੋ, ਨਿਤਨੇਮ ਕਰਦੇ ਹੋ, ਤੇ ਜੇ ਕਿਤੇ ਪਿੱਛੋਂ ਇਹ ਆ ਗਿਆ ਨਾ ਵੀ ਮੈਂ ਪਾਠ ਕੀਤਾ, ਮੈਂ ਆਹ ਕੀਤਾ, ਤੇ ਪ੍ਰਾਪਤੀ ਨਹੀਂ ਹੋਵੇਗੀ, ਲਾਹਾ ਨਹੀਂ ਮਿਲਦਾ ਹੈ। ਆਪ ਗਵਾਈਏ ਤਾਂ ਸਹੁ ਪਾਈਏ। ਜੇ ਆਪਣੇ ਆਪ ਨੂੰ ਛੱਡੋਗੇ ਫਿਰ ਜਾ ਕੇ ਉਸ ਦੀ ਪ੍ਰਾਪਤੀ ਹੈ। ਔਰ ਕੈਸੀ ਚਤੁਰਾਈ, ਹੋਰ ਕਿਸੇ ਪ੍ਰਕਾਰ ਦੀ ਕੋਈ ਚਾਤੁਰਤਾ ਨਹੀਂ ਚੱਲਦੀ ਉਸ ਘਰ ਵਿੱਚ। ਸਹੁ ਨਦਰ ਕਰ ਦੇਖੈ ਸੋ ਦਿਨ ਲੇਖਾ, ਕਾਮਣ ਨਾਉ ਨਿਧ ਪਾਈ। ਜਿਹਦੇ ਤੇ ਸਹੋ ਨਜ਼ਰ ਕਰਕੇ ਵੇਖ ਲਵੇ, ਜਿਸ ਦਿਨ ਰੱਬ ਨੇ ਤੁਹਾਡੇ ਵੱਲ ਮਿਹਰ ਦੀ ਨਜ਼ਰ ਕਰ ਲਈ, ਉਹੀ ਦਿਨ ਲੇਖੇ ਵਿੱਚ ਲੱਗ ਜਾਵੇਗਾ। ਉਹੀ ਉਸ ਦੀ ਪ੍ਰਾਪਤੀ ਵਾਲਾ ਦਿਨ ਪ੍ਰਵਾਨ ਹੈ। ਸਹੋ ਨਦਰ ਕਰ ਦੇਖੈ ਸੋ ਦਿਨ ਲੇਖੈ, ਕਾਮਣ ਨਾਉ ਨਿਧ ਪਾਈ। ਕਹਿੰਦੇ ਫਿਰ ਕਾਮਣ ਜੀਵ ਰੂਪੀ ਇਸਤਰੀ, ਉਹ ਪਤੀ ਪਰਮੇਸ਼ਰ ਜੋ ਨੌ ਨਿਧੀਆਂ ਦਾ ਮਾਲਕ, ਉਹਦੀ ਪ੍ਰਾਪਤੀ ਇਸ ਨੇ ਕਰ ਲਈ। ਆਪਣੇ ਕੰਤ ਪਿਆਰੇ ਸਾ ਸੁਹਾਗਣਾ, ਨਾਨਕ ਸਾ ਸਪਰਾਈ। ਆਪਣੇ ਕੰਤ ਦੇ ਨਾਲ, ਪਤੀ ਦੇ ਨਾਲ ਜਿਹਨੇ ਪਿਆਰ ਰੱਖਿਆ ਉਹ ਸੁਹਾਗਣ ਹੈ। ਔਰ ਨਾਨਕ ਸਾ ਸਭਰਾਈ, ਕਹਿਣ ਲੱਗੇ ਮਹਾਰਾਜ, ਕਹਿੰਦੇ ਸਾਰੇ ਗੁਣਾਂ ਦੇ ਨਾਲ ਰੱਜੀ ਹੋਈ ਵੀ ਉਹ ਹੈ ਜਿਨੇ ਪਰਮੇਸ਼ਰ ਦੀ ਪ੍ਰਾਪਤੀ ਕੀਤੀ ਹੈ। ਐਸਾ ਰੰਗ ਰਾਤੀ ਸਹਿਜ ਕੀ ਮਾਤੀ, ਅਹਨਿਸ ਭਾਏ ਸਮਾਣੀ। ਜਿਹੜੀ ਇਹੋ ਜੇ ਨਾਮ ਰੰਗ ਵਿੱਚ ਰੰਗੀ ਗਈ ਨਾ, ਸਹਿਜ ਕੀ ਮਾਤੀ, ਸਹਿਜੇ ਹੀ ਉਸ ਪਰਮੇਸ਼ਰ ਦੇ ਨਾਮ ਵਿੱਚ ਮਸਤ ਹੋ ਗਈ, ਸਹਿਜ ਅਵਸਥਾ ਵਿੱਚ ਜੁੜ ਗਈ। ਅਹਨਿਸ ਰਾਤ ਦਿਨ ਫਿਰ ਉਹ ਪਰਮੇਸ਼ਰ ਦੇ ਭਾਏ ਹੁਕਮ ਦੇ ਵਿੱਚ ਸਮਾਈ ਰਹਿੰਦੀ ਹੈ। ਸੁੰਦਰ ਸਾਈ ਸਰੂਪ ਵਿਚਖਣਾ, ਕਹੀਐ ਸਾ ਸਿਆਣੀ। ਸੁੰਦਰ ਵੀ ਉਹੀ ਹੈ, ਸਰੂਪ ਵਾਲੀ ਵੀ ਉਹੀ ਹੈ, ਮਨ ਬੁੱਧੀ ਸੋਹਣੇ ਸਰੂਪ ਵਾਲੀ ਉਹੀ ਹੈ। ਮਨ ਸਾਫ਼ ਉਹਦਾ ਹੈ, ਸਾਫ਼ ਸਰੂਪ ਉਸ ਇਸਤਰੀ ਦਾ ਜਿਹੜੀ ਪਰਮੇਸ਼ਰ ਨਾਲ ਜੁੜੀ ਹੋਈ ਜਗਿਆਸੂ ਹੈ। ਵਿਚਖਣ ਮਹਾਰਾਜ ਕਹਿੰਦੇ ਅਕਲ ਵਾਲੀ ਵੀ ਉਹੀ ਹੈ, ਸਿਆਣੀ ਵੀ ਉਹਨੂੰ ਗਿਣਿਆ ਜਾਂਦਾ। ਜਿਹੜੀ ਬੀਬੀ ਵਿਆਹ ਹੋਇਆ ਹੋਵੇ, ਪਤੀ ਦੇ ਕਹਿਣੇ ਤੋਂ ਬਾਹਰ ਆਪਣੀ ਮਰਜ਼ੀ ਨਾਲ ਤੁਰੀ ਫਿਰਦੀ, ਉਹਨੂੰ ਕੋਈ ਲੋਕ ਸਿਆਣੀ ਥੋੜ੍ਹਾ ਕਹਿੰਦੇ ਹਨ। ਤੇ ਜਿਹੜੀ ਪਤੀ ਦੇ ਹੁਕਮ ਵਿੱਚ ਆਪਣੇ ਪਰਿਵਾਰ ਦੀ ਇੱਜ਼ਤ ਨੂੰ ਸਾਂਭ ਕੇ ਚੱਲਦੀ, ਲੋਕ ਕਹਿੰਦੇ ਕਿੱਡੀ ਸੁਚੱਜੀ, ਕਿੱਡੀ ਸਿਆਣੀ ਬੀਬੀ ਹੈ। ਇਸੇ ਪ੍ਰਕਾਰ ਜਿਹੜੀ ਰੱਬ ਨਾਲ ਜੁੜੀ ਹੋਈ ਉਹ ਸਿਆਣੀ ਹੈ। ਸਤਿਗੁਰੂ ਜੀ ਦੀ ਜਿਹਨੇ ਪ੍ਰਾਪਤੀ ਕਰ ਲਈ ਉਹ ਸਿਆਣੀ ਗਿਣੀ ਜਾਂਦੀ, ਸਰੂਪ ਵਾਲੀ ਹੈ, ਵਿਚਖਣ
ਅਕਲ ਵਾਲੀ ਹੈ, ਮਹਾਰਾਜ ਨੇ ਤਰਸ ਕੀਤਾ ਹੈ ਜੀ। ਇਹ ਪਾਵਨ ਪਵਿੱਤਰ ਸਤਿਗੁਰੂ ਜੀ ਨੇ ਪਾਵਨ ਅੰਮ੍ਰਿਤ ਵੇਲੇ ਮੁਖਵਾਕ ਬਖਸ਼ਿਸ਼ ਕੀਤੇ ਸਨ। ਸਤਿਗੁਰਾਂ ਦੇ ਪਾਵਨ ਮੁਖਵਾਕ ਜੀ ਦੀ ਕਥਾ ਆਪ ਸਮੁੱਚੇ ਗੁਰੂ ਕੀ ਸੰਗਤ ਨੇ ਸੁਣੀ ਹੈ। ਮਹਾਰਾਜ ਕਿਰਪਾ ਕਰਨ ਪਾਵਨ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਸਤਿਗੁਰਾਂ ਅੱਗੇ ਅਰਦਾਸ ਬੇਨਤੀ ਕਰਿਓ। ਸਤਿਗੁਰੂ ਜੀ ਸੁਮਤ ਬਖਸ਼ ਦੇਣ, ਕਥਾ ਕਰਨ ਦੀ ਅਕਲ ਆ ਜਾਵੇ। ਬਹੁਤ ਬਹੁਤ ਧੰਨਵਾਦ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਔਰ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਧੰਨਵਾਦ। ਮਹਾਰਾਜ ਕਿਰਪਾ ਕਰਨ ਹੋਈਆਂ ਭੁੱਲਾਂ ਦੀ ਖਿਮਾ। ਸਮਾਪਤੀ ਦੀਆਂ ਪੰਕਤੀਆਂ ਪੜ੍ਹੋ ਜੀ। ਗੁਰ ਫਤਿਹ ਵਿੱਚ ਸਾਂਝ ਪਾਈਏ ਜੀ। ਐਸਾ ਰੰਗ ਰਾਤੀ ਸਹਿਜ ਕੀ ਮਾਤੀ, ਐਹਨਿਸ ਭਾਏ ਸਮਾਣੀ। ਸੁੰਦਰ ਸਾਏ ਸਰੂਪ ਵਿਚਖਣਾ, ਕਹੀਐ ਸਾ ਸਿਆਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।